ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੀ ਤਰ੍ਹਾਂ ਮੇਰਾ ਵੀ ਸੰਗ ਸੁੱਕ ਗਿਆ ਪੇਪਰ ਨੂੰ ਦੇਖ ਕੇ, ਪਰ ਆਪਣੀ ਇੱਛਾ ਹੀ ਇਹ ਸੀ ਕਿ ਪੇਪਰ ਆਵੇ ਤਾਂ ਔਖਾ ਹੀ ਆਵੇ, ਅਤੇ ਔਖਾ ਹੋਣਾ ਬਣਦਾ ਵੀ ਸੀ ਕਿਉਂਕਿ ਮੈਟ ਫਿਰ ਬੜੀ ਉੱਪਰ ਹੀ ਰਹਿ ਜਾਣੀ ਸੀ। ਤਾਂ ਬੜੀ ਚਰਚਾ ਹੋਣੀ ਸੀ ਕਿ ਇੰਨੇ ਨੰਬਰ ਲੈ ਕੇ ਵੀ ਲੋਕ ਨੌਕਰੀ ਨਹੀਂ ਲੈ ਸਕੇ। ਹੁਣ ਵੀ ਚਲੋ ਦੇਖਦੇ ਹਾਂ ਆਪਾਂ ਪ੍ਰਸ਼ਨਾਂ ਨੂੰ। ਕੁਝ ਕੁ ਪ੍ਰਸ਼ਨ ਜੋ ਵੈਸੇ ਹੀ ਤੁਹਾਨੂੰ ਅੰਦਾਜ਼ੇ ਨਾਲ ਦੱਸਾਂਗਾ, ਅਤੇ ਬਾਕੀ ਪ੍ਰਸ਼ਨ ਜੋ ਠੀਕ ਹੈ ਉਹ ਤੁਹਾਡੇ ਵੀ ਠੀਕ ਹੀ ਹੋਣਗੇ। ਥਾਲ ਕੀ ਹੈ? ਇਸ ਦਾ ਉੱਤਰ ਸੀ ਬਾਲ ਗੀਤ ਨਾਲ ਸੰਬੰਧਿਤ ਹੈ। ਇਹ ਆਪਾਂ ਪ੍ਰਸ਼ਨ ਕੀਤੇ ਹੋਏ ਆ ਸਾਰੇ, ਜ਼ਿਆਦਾਤਰ ਪ੍ਰਸ਼ਨ ਕੀਤੇ ਹੀ ਹੋਏ ਸੀ ਆਪਣੇ। ਡੀ ਬਾਲ ਗੀਤਾਂ ਦੇ ਨਾਲ ਸੰਬੰਧਿਤ ਹੈ। ਥਾਲ ਅਤੇ ਪਸ਼ੂਆਂ ਨੂੰ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਕਹਾਣੀਆਂ ਰਾਹੀਂ ਪੇਸ਼ ਕੀਤਾ ਹੈ। ਇਹ ਕਰਤਾਰ ਸਿੰਘ ਦੁੱਗਲ ਨੇ ਵੀ ਪੇਸ਼ ਕੀਤਾ। ਇਹ ਆਪਾਂ ਦੇਖਦੇ ਹਾਂ। 2 ਦਾ ਪੇਪਰ ਦੇਖ ਲੈਣਾ ਤੁਹਾਡੇ ਕੋਲ ਕਿਹੜਾ ਠੀਕ ਹੈ, ਵੈਸੇ ਹੀ ਪਹਿਚਾਣ ਆ ਜਾਵੇਗੀ ਤੁਹਾਨੂੰ ਪ੍ਰਸ਼ਨਾਂ ਤੋਂ। ਹਰ ਇੱਕ ਬੰਦਾ ਸ਼ਾਹ ਦੁਨੀਆ ਦਾ, ਹਰ ਇੱਕ ਤੀਵੀਂ ਰਾਣੀ। 3 ਨੰਬਰ ਦਾ ਸੀ ਆਪਣਾ ਬੀ ਉੱਤਰ, ਪ੍ਰੀਤਮ ਸਿੰਘ ਸਫੀਰ, ਠੀਕ ਹੈ। 4 ਨੰਬਰ ਸੀ ਹੇਠਾਂ ਲਿਖੀਆਂ ਸਾਹਿਤਕ ਕਿਰਤਾਂ ਵਿੱਚੋਂ ਕਿਸ ਕ੍ਰਿਤ ਵਿੱਚ ਪੰਜਾਬੀ ਸੱਭਿਆਚਾਰ ਵਧੇਰੇ ਰੂਪਮਾਨ ਹੋਇਆ। ਇਹ ਆਪਾਂ ਦੇਖਦੇ ਹਾਂ। ਹੀਰ ਵਾਰਸ਼ਾ, ਇਸ ਦੇ ਪ੍ਰਸਿੱਧ ਹੋਣ ਦਾ ਆਪਾਂ ਕਾਰਨ ਵੀ ਕੀਤਾ ਸੀ ਕਿ ਪੰਜਾਬੀ ਸੱਭਿਆਚਾਰ ਆ ਜਿਹੜਾ ਇਹਦੇ ਵਿੱਚ ਵੱਧ ਚੜ੍ਹ ਕੇ ਪੇਸ਼ ਹੋਇਆ। ਹੀਰ ਵਾਰਸ਼ਾ ਦੇ ਵਿੱਚ ਗੌਣ ਤੋਂ ਕੀ ਭਾਵ ਹੈ? ਘਟਨਾਵਾਂ ਦੀ ਤਰਤੀਬ। ਇਹ ਕਹਾਣੀ ਭਾਗ ਵਿੱਚ ਆਪਾਂ ਕੀਤਾ ਸੀ ਪ੍ਰਸ਼ਨ। ਪੋਹ ਦੇ ਮਹੀਨੇ ਮਨਪਸੰਦ ਪਕਵਾਨ ਹੁੰਦੇ ਹਨ। ਇਹ ਪਹਿਲਾਂ ਵੀ ਆਇਆ ਸੀ ਪੇਪਰਾਂ ਵਿੱਚ ਪ੍ਰਸ਼ਨ। ਸਾਗ ਅਤੇ ਮੱਕੀ ਦੀ ਰੋਟੀ ਆ ਜਿਹੜਾ ਇਹ ਪ੍ਰਸਿੱਧ ਹੈ। ਕੁਝ ਏਰੀਏ ਵਿੱਚ ਖਿਚੜੀ ਹੈ, ਖਿਚੜੀ ਵਾਲਾ ਇਹਨਾਂ ਨੇ ਪਾਇਆ ਨਹੀਂ, ਸਾਗ ਅਤੇ ਮੱਕੀ ਦੀ ਰੋਟੀ। 7ਵਾਂ ਸਵਾਲ ਸੀ ਕਿਸੇ ਭਾਸ਼ਾ ਦੇ ਸਿਸਟਮ ਰੂਪ ਨੂੰ ਕਹਿੰਦੇ ਹਨ? ਲੈ ਕਹਿੰਦੇ ਹਨ। ਪਹਿਲੇ ਹੀ ਵੀਡੀਓ ਜਿਹੜੀਆਂ ਸੀ ਸ਼ੁਰੂ ਵਾਲੀਆਂ ਉਹਨਾਂ ਦੇ ਵਿੱਚ ਆਪਾਂ ਇਹ ਪ੍ਰਸ਼ਨ ਕੀਤਾ ਸੀ। ਪੰਜਾਬੀ ਸੱਭਿਆਚਾਰ ਵਿੱਚ ਸ਼ਾਹ ਖਰਚੀ ਅਤੇ ਸਵਾਦਲੇ ਭੋਜਨ ਦੇ ਸੰਕਲਪ ਆਏ ਹਨ। ਇਹ ਇਸਲਾਮ ਤੋਂ ਆਏ ਆ। ਇਤਿਹਾਸ ਦੇ ਵਿੱਚ ਆਪਾਂ ਇਸ ਨੂੰ ਕਰਦੇ ਹਾਂ, ਠੀਕ ਹੈ। ਸ਼ਾਹੀ ਪਕਵਾਨ ਵਗੈਰਾ ਜਿਹੜੇ ਸੂਪ ਸਾਪ ਵਗੈਰਾ, ਕਬਾਬ ਕਬੂਬ ਵਗੈਰਾ ਆਏ ਆ, ਇਸਲਾਮ ਤੋਂ ਆਏ ਆ। ਲੋਕਯਾਨ ਸ਼ਬਦ, ਇਸ ਬਾਰੇ ਆਪਾਂ ਕੀਤਾ ਸੀ। ਲੋਕਯਾਨ ਸ਼ਬਦ ਕਰਨੈਲ ਸਿੰਘ ਥਿੰਦ, ਜਿਨ੍ਹਾਂ ਨੇ ਕਿਤਾਬ ਪੜ੍ਹੀ ਹੋਵੇਗੀ ਉਹਨਾਂ ਨੂੰ ਇਹ ਪ੍ਰਸ਼ਨ ਮਿਲੇ ਹੋਣਗੇ। ਅੱਗੇ ਹੈ ਲੋਕ ਸੰਗੀਤ, ਲੋਕ ਨਾਟ, ਲੋਕ ਨਾਚ, ਲੋਕ ਚਿੱਤਰ। ਇਹ ਆ ਜਾਂਦੇ ਆ ਡੀ ਲੋਕ ਹੁਨਰ ਦੇ ਵਿੱਚ। ਹੁਨਰ ਹੀ ਆ, ਠੀਕ ਹੈ, ਨੱਚਣਾ ਗਾਉਣਾ। ਮਰਦ ਇਸਤਰੀ ਨੂੰ ਬਾਲੋ ਕਿਹੜੇ ਲੋਕ ਗੀਤ ਦੇ ਵਿੱਚ ਬੋਲਦਾ ਹੈ? ਮਾਹੀਆ ਦੇ ਵਿੱਚ ਬੋਲਦਾ। ਇਹ ਪ੍ਰਸ਼ਨ ਵੀ ਆਖਰੀ ਪ੍ਰਸ਼ਨਾਂ ਦੇ ਵਿੱਚ ਆਪਾਂ ਸ਼ਾਮਲ ਕੀਤਾ ਸੀ। ATT ਦੀ ਜਿਹੜੀ ਮੈਂ ਵੀਡੀਓ ਆਖਰੀ ਬਣਾਈ ਸੀ ਉਹਦੇ ਵਿੱਚ ਤੁਹਾਨੂੰ ਕਿਹਾ ਸੀ ਕਿ 5 ਸਵਾਲ ਆਉਣਗੇ ਹੀ ਆਉਣਗੇ, ਅਤੇ ਮਾਸਟਰ ਕੇਡਰ ਦੀ ਪਰਸੋਂ ਆਪਾਂ ਆਖਰੀ ਵੀਡੀਓ ਬਣਾਈ ਸੀ, ਠੀਕ ਹੈ। ਉਸ ਦੇ ਵਿੱਚੋਂ ਵੀ ਤੁਹਾਨੂੰ ਕਿਹਾ ਸੀ ਕਿ ਪ੍ਰਸ਼ਨ ਆਏਗਾ ਹੀ ਆਏਗਾ, ਉਸ ਵਿੱਚੋਂ ਵੀ ਆ ਗਏ ਆਪਾਂ ਨੂੰ ਪ੍ਰਸ਼ਨ। 12 ਨੰਬਰ ਆਪਣਾ ਲਾੜੇ ਨਾਲ ਵਿਅੰਗ ਹਾਸਾ ਠੱਠਾ। ਇਹ ਤੁਸੀਂ ਜਾਣਦੇ ਹੋ ਸਿੱਠਣੀਆਂ ਦੇ ਵਿੱਚ ਹੁੰਦਾ। ਮਿੱਥ ਕਥਾਵਾਂ ਦੇ ਪਾਤਰ ਹੁੰਦੇ ਹਨ। ਮਿੱਥ ਕਥਾਵਾਂ ਦੇ ਵਿੱਚ ਦੇਵੀ ਦੇਵਤੇ ਵਗੈਰਾ ਜਿਹੜੇ ਆ ਜਾਂਦੇ ਆ। ਅੱਗੇ ਹੈ ਲੋਕ ਸਿਆਣਪ ਹਮੇਸ਼ਾ ਹੁੰਦੀ ਹੈ। ਇਹ ਕਾਵਕ ਰੰਗ ਵਾਲੀ ਹੁੰਦੀ ਹੈ, ਠੀਕ ਹੈ। ਜਿਹੜੀਆਂ ਅਖੌਤਾਂ ਹੁੰਦੀਆਂ ਉਹ ਕਾਵਕ ਰੰਗ ਵਾਲੀਆਂ ਹੀ ਹੁੰਦੀਆਂ। ਮੁਹਾਵਰਾ ਕਾਵਕ ਰੰਗ ਵਾਲਾ ਨਹੀਂ ਹੁੰਦਾ। ਉਹਨਾਂ ਵਿੱਚ ਆਪਾਂ ਫਰਕ ਕੀਤਾ ਸੀ। ਅੱਗੇ ਹੈ ਸੰਸਕਾਰ ਮਨੁੱਖ ਡੈਸ਼ ਵਿੱਚੋਂ ਪ੍ਰਾਪਤ ਕਰਦਾ ਹੈ? ਸਮਾਜ ਵਿੱਚੋਂ ਪ੍ਰਾਪਤ ਕਰਦਾ, ਠੀਕ ਹੈ। ਇਸ ਦਾ ਹੋ ਵੀ ਸਕਦਾ ਵਿਰਸੇ ਨਾਲ ਵੀ ਸੰਬੰਧਿਤ ਕੁਝ ਵਿਦਿਆਰਥੀ ਕਹਿ ਰਹੇ, ਪਰ ਸਮਾਜ ਦੇ ਉੱਪਰ ਜਿਹੜੀ ਜਾਣਕਾਰੀ ਹੈ ਮੇਰੇ ਹਿਸਾਬ ਨਾਲ ਜ਼ਿਆਦਾ ਠੀਕ ਬੈਠੇਗੀ। ਵਹਿਮ ਭਰਮ ਦਾ ਆਧਾਰ ਹੁੰਦਾ ਹੈ। ਵਹਿਮ ਭਰਮ ਦਾ ਆਧਾਰ ਡਰ ਹੋ ਸਕਦਾ। ਡਰ ਦੇ ਕਾਰਨ ਹੀ ਬੰਦਾ ਵਹਿਮਾਂ ਭਰਮਾਂ ਦੇ ਵਿੱਚ ਪੈਂਦਾ। ਜੇ ਡਰ ਨਹੀਂ ਹੋਵੇਗਾ ਤਾਂ ਵਹਿਮ ਭਰਮ ਵੀ ਨਹੀਂ ਹੋਣਗੇ। ਸ਼ੁਰੂ ਦੇ ਵਿੱਚ ਬਿਜਲੀ ਚਮਕਣ ਤੋਂ ਲੋਕ ਡਰਦੇ ਸੀ, ਹੋਰ ਕਰਦੇ ਸੀ, ਠੀਕ ਹੈ। ਫਿਰ ਵਹਿਮ ਭਰਮ ਜਿਹੜੇ ਲੋਕ ਕਰਦੇ ਆ ਡਰ ਦੇ ਕਾਰਨ ਹੀ ਕਰਦੇ ਆ। ਵਿਆਹ ਸ਼ਾਦੀ ਸਮੇਂ ਹਵਨ ਸਮੇਂ ਵਰਤੇ ਜਾਣ ਵਾਲੇ ਮੰਤਰਾਂ ਨੂੰ ਪਰਮਾਰਥ ਮੰਤਰ ਕਿਹਾ ਜਾਂਦਾ ਹੈ। ਨੌਟੰਕੀ ਕਿਸ ਦਾ ਹਿੱਸਾ ਹੁੰਦੀ ਹੈ? ਇਹ ਜਿਹੜੇ ਸਾਂਗ ਨਾਟਕ ਆ ਉਹਨਾਂ ਦੇ ਵਿੱਚ ਹੁੰਦੀ ਹੈ, ਠੀਕ ਹੈ। ਮੈਨੂੰ ਆਪਣੇ ਵਿਚਾਰ ਅਤੇ ਭਾਵ ਪ੍ਰਗਟ ਕਰਨ ਲਈ ਦੂਜੀ ਬੋਲੀ ਦੀ ਲੋੜ ਨਹੀਂ ਹੈ। ਰਸੂਲ ਹਮਜ਼ਾ ਤੋਬ ਕਿਸੇ ਅੰਗਰੇਜ਼ੀ ਲੇਖਕ ਦਾ ਹੀ ਹੋਵੇਗਾ। ਬਾਕੀ ਤਾਂ ਸਾਰੇ ਹੀ ਆਪਣੇ ਜਿਹੜੇ ਲੇਖਕ ਆ
ਇਹਨਾਂ ਨੇ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਵੀ ਲਿਖਿਆ। ਰਾਰਾ ਧੁਨੀ ਹੈ, ਕਾਂਬ ਵੀ ਧੁਨੀ ਹੈ, ਰਾਰਾ ਧੁਨੀ। ਦੁੱਤ ਵਿਅੰਜਨ ਆਪਾਂ ਕੀਤੇ ਅਧਿਕ ਨਾਲ ਹੁੰਦੇ ਆ, ਠੀਕ ਹੈ। ਵਿਸ਼ੇਸ਼ਣ ਅਤੇ ਵਿਸ਼ੇਸ਼ ਦੇ ਸੰਯੋਗ ਨਾਲ ਬਣਿਆ ਵਿਸ਼ੇਸ਼ਣ ਕਿਹੜਾ ਹੈ, ਮਤਲਬ ਇੱਕ ਦੀ ਗੱਲ ਕਰੀਏ ਕਿਹੜਾ ਵਿਸ਼ੇਸ਼ਣ ਬਣਿਆ, ਇੱਥੋਂ ਹੀ ਆਪਾਂ ਅੰਦਾਜ਼ਾ ਲਗਾ ਸਕਦੇ ਸੀ ਕਿ ਝੂਠੀ ਉਹ ਹੋ ਸਕਦਾ, ਠੀਕ ਹੈ, ਕਿ ਝੂਠੀ ਉਹ ਵਿਸ਼ੇਸ਼ਣ ਕਿਹੜਾ ਹੈ। ਬਾਕੀ ਤਾਂ ਕਈ ਸਾਰੇ ਆ, ਇੱਥੋਂ ਅੰਦਾਜ਼ਾ ਲਗਾ ਸਕਦੇ ਹਾਂ ਆਪਾਂ। ਅੱਗੇ ਹੈ ਧੁਨੀ ਸਿਧਾਂਤ। ਧੁਨੀ ਸਿਧਾਂਤ ਆਪਾਂ ਕੀਤਾ ਸੀ ਆਨੰਦਵਰਧਨ ਧੁਨੀ ਸਿਧਾਂਤ। ਵੀ ਧੁਨੀ ਆਪਾਂ ਗੱਲ ਕਰੀ ਸੀ ਕਿ ਧੁਨੀ ਸੁਣਦੇ ਹਾਂ, ਕਿਸੇ ਗੀਤ ਦੀ ਵਧੀਆ ਧੁਨੀ ਹੁੰਦੀ ਹੈ, ਆਪਾਂ ਨੂੰ ਆਨੰਦ ਆ ਜਾਂਦਾ ਸੁਣ ਕੇ। ਮੇਰੇ ਯਾਦ ਆ ਇਹ ਗੱਲ, ਮੈਂ ਤੁਹਾਨੂੰ ਬੋਲੀ ਸੀ ਇੱਕ ਵਾਰ। ਕਿਰਪਾ ਕਰਕੇ ਤੁਸੀਂ ਹੁਣ ਜਾਓ, ਵਾਕ ਦੀ ਕਿਸਮ ਹੈ ਆਗਿਆਵਾਚਕ। ਕਿਰਪਾ ਕਰਕੇ ਲੱਗਣ ਕਰਕੇ ਹੋ ਸਕਦਾ ਆਗਿਆਵਾਚਕ ਵਿੱਚ, ਬਾਕੀ ਤਾਂ ਕੋਈ ਵੀ ਨਹੀਂ ਹੈਗਾ ਇਹਦੇ ਵਿੱਚ। ਕਿਰਿਆ ਪੁੱਛਦਾ ਤਾਂ ਪ੍ਰੇਰਨਾਰਥਕ ਕਿਰਿਆ ਵਾਲੇ ਵਿੱਚ ਆ ਸਕਦਾ ਸੀ, ਠੀਕ ਹੈ। ਉਪੋਹ ਸਿਧਾਂਤ ਇਹ ਆਪਾਂ ਕੀਤਾ ਸੀ। ਉਪੋਹ ਸਿਧਾਂਤ ਹੈ ਬੋਧੀ ਸਕੂਲ। ਮਾਤਰੀ ਸੰਸਕ੍ਰਿਤ ਦੇ ਵਿੱਚ ਹੀ ਆ ਜ਼ਿਆਦਾਤਰ, ਜਿਹੜੇ ਪੈਰ ਚਰਾਰੇ ਵਾਲੇ ਸ਼ਬਦ ਆ ਸੰਸਕ੍ਰਿਤ ਦੇ ਆਪਦੇ ਪੈਰ ਚਰਾਰਾ, ਅਤੇ ਪੈਰ ਚਰਾਰੇ ਵਾਲੇ ਜ਼ਿਆਦਾਤਰ ਸ਼ਬਦ ਆ ਜਿਹੜੇ ਸੰਸਕ੍ਰਿਤ ਦੇ ਆ। 27 ਨੰਬਰ ਸਵਾਲ ਆਪਣਾ, ਪੰਜਾਬੀ ਭਾਸ਼ਾ 'ਤੇ ਫਾਰਸੀ ਪ੍ਰਭਾਵ ਕਦੋਂ ਢਿੱਲਾ ਪੈਣ ਲੱਗਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਾਂ ਆਪਾਂ ਕਰਦੇ ਹਾਂ ਕਿ ਸਾਰਾ ਖਾਲਸਾ ਜਿਹੜਾ ਰਿਕਾਰਡ ਮਿਲਦਾ ਆਪਾਂ ਨੂੰ ਫਾਰਸੀ ਦੇ ਵਿੱਚ ਹੀ ਮਿਲਦਾ, ਅਤੇ ਅੰਗਰੇਜ਼ਾਂ ਦੇ ਸਮੇਂ ਕੁਝ ਕਿਤਾਬਾਂ ਫਿਰ ਜਿਹੜੀਆਂ ਛਪਣ ਲੱਗੀਆਂ ਸੀ, ਨਾਵਲ ਵਗੈਰਾ ਜਿਹੜੇ ਆਏ ਆ ਪਹਿਲੇ, ਜਾਂ ਆਪਾਂ ਦੇਖਦੇ ਹਾਂ, ਅਤੇ ਪੰਜਾਬੀ ਫਿਰ ਆਉਣ ਲੱਗੀ ਆ, ਫਾਰਸੀ ਦਾ ਪ੍ਰਭਾਵ ਆ ਜਿਹੜਾ ਘਟਣ ਲੱਗਿਆ। ਮੇਰੇ ਮੁਤਾਬਕ ਇਹ ਉੱਤਰ ਹੈ। ਅਸ਼ਟਾਧਿਆਇ ਤੁਸੀਂ ਜਾਣਦੇ ਹੋ, ਇਹ ਪ੍ਰਸ਼ਨ ਆਪਾਂ ਕੀਤਾ ਸੀ, ਪਾਣਨੀ ਹੈ। ਅੱਗੇ ਹੈ ਨਿਘਟੂ ਅਤੇ ਨਿਰੁਕਤ। ਇਹ ਟੀਕੇ ਵਗੈਰਾ ਆਪਾਂ ਕਰਦੇ ਹਾਂ, ਉਹ ਵਾਰਤਕ ਵਿੱਚ ਹੀ ਲਿਖੇ ਹੁੰਦੇ ਆ। ਕਿਤਾਬਾਂ ਵੀ ਆਈਆਂ ਤੁਹਾਨੂੰ ਨਿਰੁਕਤ ਨਾਲ ਸੰਬੰਧਿਤ, ਇਹ ਵਾਰਤਕ ਦੇ ਨਾਲ ਸੰਬੰਧਿਤ ਹੈ। ਵਾਦਕੋਸ਼ ਸਾਹਿਤ ਕਲਾ ਅਤੇ ਵਿਗਿਆਨ ਦੀ ਰਚਨਾ ਜਿਹੜੀ ਕੀਤੀ ਆ, ਇਹ ਕੀਤੀ ਆ ਹਰਦੇਵ ਬਾਹਰੀ। ਵਾਦਕੋਸ਼ ਨਾਲ ਸੰਬੰਧਿਤ ਹਰਦੇਵ ਬਾਹਰੀ ਦੀਆਂ ਕੁਝ ਕੁ ਪੁਸਤਕਾਂ ਮਿਲੀਆਂ, ਅਤੇ ਇਹ ਜਿਹੜਾ ਕੋਸ਼ ਹੈ ਇਸ ਤਰ੍ਹਾਂ ਦਾ ਹੋਰ ਕਿਸੇ ਦਾ ਮਿਲ ਨਹੀਂ ਰਿਹਾ, ਠੀਕ ਹੈ। ਕੋਸ਼ ਨਾਲ ਸੰਬੰਧਿਤ ਜਿਹੜੀਆਂ ਥੋੜ੍ਹੀਆਂ ਬਹੁਤ ਜਾਣਕਾਰੀਆਂ ਮਿਲ ਰਹੀਆਂ ਹਰਦੇਵ ਬਾਹਰੀ ਦੀਆਂ ਮਿਲ ਰਹੀਆਂ, ਅਤੇ ਬਾਹਰੀ ਪੇਪਰ ਤੋਂ ਸਿਲੇਬਸ ਤੋਂ ਬਾਹਰੀ ਹੋਈ ਸੀ ਸਾਰਾ ਕੁਝ, ਠੀਕ ਹੈ। ਇਹ ਵਾਲਾ ਨਾਮ ਵੀ ਬਾਹਰੀ ਅਤੇ ਸਿਲੇਬਸ 'ਚੋਂ ਵੀ ਬਾਹਰੀ। 7-8 ਪ੍ਰਸ਼ਨ ਮੰਨ ਕੇ ਚੱਲੇ ਸੀ ਕਿ ਹਰ ਵਾਰ ਆਉਂਦੇ ਆ, ਇੱਕ ਇਹਨਾਂ ਨੇ ਮੈਨੂੰ ਲੱਗਦਾ 15 ਦੇ ਕਰੀਬ ਪਾ ਦਿੱਤੇ ਆ। ਅੱਗੇ ਹੈ 31 ਨੰਬਰ, ਪੰਜਾਬੀ ਪਰਿਆਈ ਅਤੇ ਬੇਪਰਿਆਈ ਕੋਸ਼ ਦਾ ਪ੍ਰਕਾਸ਼ਕ ਹੈ, ਠੀਕ ਹੈ। 31 ਨੰਬਰ ਸਵਾਲ ਹੈ, ਇਹ ਗੁਲਵੰਤ ਸਿੰਘ ਦੀ ਕਿਤਾਬ ਹੈ, ਅਤੇ ਪਬਲੀਕੇਸ਼ਨ ਬਿਊਰੋ ਪਟਿਆਲਾ ਦੀਆਂ ਕਿਤਾਬਾਂ। ਇਹ ਇੱਕ ਗਰੁੱਪ ਦੇ ਵਿੱਚ ਮੈਂ ਤੁਹਾਨੂੰ ਸ਼ਾਇਦ ਸ਼ੇਅਰ ਵੀ ਕੀਤਾ ਸੀ PDF, ਕਿ ਪਬਲੀਕੇਸ਼ਨ ਬਿਊਰੋ ਦੀਆਂ ਕਿਤਾਬਾਂ ਇਹਦੇ ਵਿੱਚ 31 ਦਾ ਸੀ, ਗੁਲਵੰਤ ਸਿੰਘ ਦੀ ਕਿਤਾਬ, ਪਬਲੀਕੇਸ਼ਨ ਬਿਊਰੋ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ। 32 ਨੰਬਰ ਸਵਾਲ ਆ ਜਿਹੜਾ B ਉੱਤਰ ਸੀ ਇਸ ਦਾ, ਗੁਰਦੇਵ ਸਿੰਘ। ਬਾਕੀਆਂ ਦੇ ਨਾਲ ਬਹੁਤ ਘੱਟ ਮਿਲ ਰਿਹਾ, ਇਹ ਤਾਂ ਆਪਾਂ ਕਰਦੇ ਹਾਂ ਸਦਰੰਭ ਮੂਲਕ ਵਾਲੇ ਨਾਲ ਨਾਮ ਦੀਆਂ ਕਿਤਾਬਾਂ ਮਿਲਦੀਆਂ, ਜੱਗੀ ਦੀਆਂ 5 ਦੇ ਕਰੀਬ, ਅਤੇ ਹੋਰ ਕਿਸੇ ਦਾ ਮਿਲਦਾ ਨਹੀਂ ਸੂਫੀ ਕਾਵਿ ਨਾਲ ਸੰਬੰਧਿਤ। ਗੁਰਦੇਵ ਸਿੰਘ ਦਾ ਕੁਝ ਕੁ ਮਿਲ ਰਿਹਾ, ਸੂਫੀ ਕਾਵਿ ਉੱਪਰ ਇਹਨਾਂ ਨੇ ਕੰਮ ਕੀਤਾ, ਮਤਲਬ ਸੁਭਾਵਨਾ ਇਹਨਾਂ ਦਾ ਹੋ ਸਕਦਾ ਹੈ। 33 ਨੰਬਰ ਹੈ ਪ੍ਰਚਾਇਕ ਭਾਸ਼ਾ ਵਿਗਿਆਨ ਪੁਸਤਕ ਹੈ, ਇਹ ਹੈਗੀ ਆ 33 ਦਾ ਦੇਵ ਅਗਨੀਹੋਤਰੀ ਦੀ ਕਿਤਾਬ ਹੈ, ਵੇਦ ਅਗਨੀਹੋਤਰੀ, ਠੀਕ ਹੈ। ਪ੍ਰਚਾਇਕ ਭਾਸ਼ਾ ਵਿਗਿਆਨ, ਵੇਦ ਅਗਨੀਹੋਤਰੀ। 34 ਨੰਬਰ ਹੈ ਪੰਜਾਬੀ ਨਿੱਕੀ ਕਹਾਣੀ ਦੂਜੇ ਦੌਰ ਵਿੱਚ ਪ੍ਰਵੇਸ਼ ਕਰਦੀ ਹੈ। ਇਹਦੇ ਬਾਰੇ ਅਲੱਗ-ਅਲੱਗ ਰਾਏ ਆ, ਪਰ ਸੰਤ ਸਿੰਘ ਸੇਖੋਂ ਦੂਜੇ ਪੜਾਅ ਦੇ ਵਿੱਚ ਆ ਜਾਂਦੇ ਆ, ਇਹਨਾਂ ਤੋਂ ਹੀ ਅਗਲਾ ਪੜਾਅ ਜਿਹੜਾ ਸ਼ੁਰੂ ਹੁੰਦਾ ਕਹਾਣੀਆਂ ਦਾ, ਸੰਤ ਸਿੰਘ ਸੇਖੋਂ ਨਾਲ। ਇਹਨਾਂ ਨੇ ਲਿਖ ਦਿੱਤਾ ਨਿੱਕੀ ਕਹਾਣੀ, ਪਰ ਨਿੱਕੀ ਕਹਾਣੀ ਲਿਖਿਆ ਨਹੀਂ ਮਿਲਦਾ ਆਪਾਂ ਨੂੰ, ਠੀਕ ਹੈ। ਸੰਤ ਸਿੰਘ ਸੇਖੋਂ ਹੀ ਠੀਕ ਹੋਵੇਗਾ ਇਸਦਾ। ਰਬਾਈ ਅਰਬੀ ਭਾਸ਼ਾ ਦਾ ਸ਼ਬਦ ਹੈ, ਰਵਾਈਆਂ। ਮੋਤੀਆਂ ਨੂੰ ਧਾਗੇ ਵਿੱਚ ਪਰੋਣਾ, ਆਪਾਂ ਇਹ ਸਵਾਲ ਕੀਤਾ ਸੀ ਕਿ ਧਿਆਨ ਰੱਖਣਾ ਇਸ ਸਵਾਲ ਦਾ, ਗਜ਼ਲ ਦੇ ਨਾਲ ਨਾ ਭੁਲੇਖਾ ਖਾ ਜਾਣਾ। ਨਜ਼ਮ ਹੁੰਦਾ ਮੋਤੀਆਂ ਨੂੰ ਧਾਗੇ ਵਿੱਚ ਪਰੋਣਾ।
ਯਾਦਾਂ ਨਾਲ ਸੰਬੰਧਿਤ ਆਪਾਂ ਪ੍ਰਸ਼ਨ ਕੀਤਾ ਸੀ ਕਿ ਸੰਸਮਰਨ ਆ ਜਿਹੜਾ ਇਹ ਯਾਦਾਂ ਨਾਲ ਸੰਬੰਧਿਤ ਹੈ। ਕਾਫੀ ਹੱਦ ਤੱਕ ਜਿਹੜੇ ਪ੍ਰਸ਼ਨ ਆ ਉਹਨਾਂ ਦੀ ਆਪਾਂ ਪਕੜ ਕਰ ਲਈ ਸੀ, ਪਰ ਜਿਹੜੇ ਹੁਣ ਸਿਲੇਬਸ ਤੋਂ ਹੀ ਬਾਹਰ ਕਰ ਗਿਆ ਉਹਦਾ ਹੁਣ ਹੱਲ ਨਹੀਂ ਕੋਈ। ਰਾਣਾ ਸੂਰਤ ਸਿੰਘ ਮਹਾਕਾਵ ਹੈ, ਮਹਾਰਾਜ ਰਾਣਾ ਸੂਰਤ ਸਿੰਘ ਭਾਈ ਵੀਰ ਸਿੰਘ ਦਾ, ਭਾਈ ਵੀਰ ਸਿੰਘ ਦਾ ਮਹਾਕਾਵ। ਬਰਫ਼ ਦੀ ਅੱਗ ਆਪਾਂ ਨਾਵਲ ਕੀਤੇ ਸੀ ਜਸਵੰਤ ਸਿੰਘ ਕੰਵਲ ਦੇ, ਇਹਨਾਂ ਉੱਪਰ ਆਪਾਂ ਇੱਕ ਪੂਰਾ ਹੀ PDF ਪੜ੍ਹਿਆ ਸੀ ਇਹਨਾਂ ਦੀ ਕਿਤਾਬ ਦਾ ਪਹਿਲਾ ਪੇਜ, ਠੀਕ ਹੈ, ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ ਨਾਲ ਸੰਬੰਧਿਤ। ਉਹਦੇ ਵਿੱਚ ਇਹਨਾਂ ਦੇ ਮੁੱਖ ਨਾਵਲਾਂ ਉੱਪਰ ਆਪਾਂ ਚਰਚਾ ਕੀਤੀ ਸੀ। ਅਗਲਾ ਸਵਾਲ ਹੈ 26 ਜਨਵਰੀ। 26 ਜਨਵਰੀ ਨਾਂ ਦੀ ਕੋਈ ਕਹਾਣੀ ਮਿਲਦੀ ਨਹੀਂ, ਪਰ ਇੱਕ ਮੈਂ ਵੀਡੀਓ ਵਿੱਚ 26 ਜਨਵਰੀ ਨਾਂ ਦੀ ਕੋਈ ਕਹਾਣੀ ਕਰਵਾਈ ਵੀ ਸੀ, ਪਰ ਹੁਣ ਮੈਨੂੰ ਆਪਦੇ ਪ੍ਰਸ਼ਨ ਨੂੰ ਇੰਨੇ ਲੱਭਣੇ ਔਖੇ ਹੋ ਗਏ ਕਿ ਮੈਂ ਕਿੱਥੋਂ ਲੱਭਾਂ ਉਸ ਨੂੰ, ਠੀਕ ਹੈ। ਅਤੇ ਬਾਅਦ 'ਚ ਕਿਸੇ ਨੇ ਕਮੈਂਟ ਵੀ ਕੀਤਾ ਸੀਗਾ ਕਿ ਇਹ 27 ਜਨਵਰੀ ਆ ਅਤੇ 26 ਜਨਵਰੀ ਵਾਲਾ ਇਹ ਸਵਾਲ ਆਇਆ ਹੋਇਆ। ਗੁਰਮੁਖ ਸਿੰਘ ਮੁਸਾਫਰ ਦੀ ਕਹਾਣੀ ਆ 27 ਜਨਵਰੀ। ਹੋ ਸਕਦਾ ਕਿ ਇਹਦੇ ਵਿੱਚ ਕੋਈ ਨਾ ਕੋਈ ਗੜਬੜ ਹੋਵੇ ਸਵਾਲ ਦੀ ਅਤੇ ਤੁਹਾਨੂੰ ਸਾਰਿਆਂ ਨੂੰ ਨੰਬਰ ਮਿਲ ਜਾਵੇ। ਅਹਲੌਨੀਆਂ ਵਿੱਚ ਮੁੱਖ ਭੂਮਿਕਾ ਹੁੰਦੀ ਹੈ, ਨੈਣ ਦੀ ਭੂਮਿਕਾ ਹੁੰਦੀ ਆ, ਠੀਕ ਹੈ, ਅਹਲੌਨੀਆਂ ਦੇ ਵਿੱਚ। ਅੱਗੇ ਹੈ ਸ਼ਿਵ ਕੁਮਾਰ ਬਟਾਲਵੀ ਦੀ ਕਿਸ ਕਵਿਤਾ ਨੂੰ 20ਵੀਂ ਸਦੀ ਦੇ ਦੂਜੇ ਅੱਧ ਦੀ ਪ੍ਰਗੀਤਕ ਕਵਿਤਾ ਦਾ ਸਿਖਰ ਮੰਨਿਆ ਜਾਂਦਾ ਹੈ। ਦੂਜਾ ਅੱਧ ਦਾ ਮਤਲਬ 1950 ਤੋਂ ਅੱਗੇ ਦੀ ਗੱਲ ਕਰ ਰਿਹਾ, 20ਵੀਂ ਸਦੀ ਦੇ ਦੂਜੇ ਅੱਧ ਦੀ, ਠੀਕ ਹੈ, ਮਤਲਬ 1950 ਤੋਂ ਦੂਜੇ ਅੱਧ ਦੇ ਵਿਚਾਲ ਦੀ ਜਿਹੜੀ ਕੋਈ ਕਵਿਤਾ ਹੋਏਗੀ। ਮੈਨੂੰ ਵਿਦਾ ਕਰੋ, ਇਹ 1974 ਦੇ ਕਰੀਬ ਹੈ। ਪ੍ਰਸ਼ਨ ਨੰਬਰ 42 ਅਤੇ ਮੈਂ ਵੀ, ਠੀਕ ਹੈ, ਇਹ 70 ਦੇ ਮੇਰੇ ਹਿਸਾਬ ਨਾਲ ਲਗਭਗ ਹੈ। ਮੈਂ ਮਤਲਬ ਇੱਕ ਪ੍ਰਗੀਤਕ ਆ, ਠੀਕ ਹੈ, ਪ੍ਰਗੀਤਕ ਹੀ ਪੁੱਛਿਆ ਇਹਨਾਂ ਨੇ। ਮੈਂ ਹੀ ਇਸ ਦਾ ਜਿਹੜਾ ਹੋ ਸਕਦਾ ਜ਼ਿਆਦਾ ਸੰਭਾਵਨਾ ਇਸ ਦੀ, ਕਿਉਂਕਿ ਪ੍ਰਗੀਤਕ ਵਿੱਚ ਹੀ ਮੈਂ ਮੇਰੇ ਯਾਦ ਆ ਕੁਝ ਕਵਿਤਾਵਾਂ ਇਸ ਦੀਆਂ ਪੜ੍ਹੀਆਂ, ਮਤਲਬ ਗਾਉਣਯੋਗ ਜੇ ਹੈ। ਪੰਜਾਬ ਨੂੰ ਰਾਜ ਭਾਸ਼ਾ ਦਾ ਰੁਤਬਾ ਮਿਲਿਆ, ਇਹ ਪੂਰੀ ਤਰ੍ਹਾਂ 1968 ਦੇ ਵਿੱਚ ਮਿਲਦਾ ਹੈ ਅਤੇ 68 ਵਾਲਾ ਹੀ ਲੱਗਦਾ ਠੀਕ ਕਰਨਗੇ। 67 ਦੇ ਅਖੀਰਲੇ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਹੋਇਆ ਸੀ, ਠੀਕ ਹੈ, 67 ਦੇ ਵਿੱਚ ਹੀ ਹੋਇਆ ਸੀ। ਪਰ ਜਿਹੜਾ 30 ਅਪ੍ਰੈਲ ਮਹੀਨੇ ਦੇ ਵਿੱਚ ਅੱਗੇ ਜਾ ਕੇ ਮਾਰਚ ਟਪਾ ਕੇ ਨਵੇਂ ਸੈਸ਼ਨ ਦੇ ਵਿੱਚ ਜਿਹੜਾ ਇਹ 1968 ਵਿੱਚ ਲਾਗੂ ਹੁੰਦਾ। ਅਤੇ ਇਸ ਤੋਂ ਪਹਿਲਾਂ ਵੀ ਕੁਝ ਕੁ ਜਿਹੜੇ ਕੰਮਕਾਜ ਹੋਣ ਲੱਗੇ ਸੀ ਉਹ ਹੋਣ ਲੱਗ ਗਏ ਸੀ 67 ਵਿੱਚ ਵੀ। ਹੁਣ ਇਹ ਨਹੀਂ ਪਤਾ ਕਿ ਕਿੱਥੋਂ ਕਰਨਗੇ ਸ਼ੁਰੂ, 1968 ਵਾਲੇ ਨੂੰ ਹੀ ਜ਼ਿਆਦਾ ਠੀਕ ਕਰਨਗੇ। ਇਸ ਤੋਂ ਬਾਅਦ ਹੈ 44 ਨੰਬਰ ਪ੍ਰਸ਼ਨ ਆਪਣਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 19 ਰਾਗਾਂ ਵਿੱਚ ਬਾਣੀ ਮਿਲਦੀ ਹੈ। 44 ਨੰਬਰ ਤਾਂ ਤੁਸੀਂ ਜਾਣਦੇ ਹੋ, ਬਹੁਤ ਵਾਰ ਇਹ ਸਵਾਲ ਆਪਾਂ ਕੀਤਾ ਸੀ, ਗੁਰੂ ਨਾਨਕ ਦੇਵ ਜੀ। 45 ਨੰਬਰ ਸਵਾਲ ਆਪਣਾ, 45 ਨੰਬਰ ਸਵਾਲ ਦਾ ਉੱਤਰ ਆਪਾਂ ਕੀਤਾ B ਉੱਤਰ, ਠੀਕ ਹੈ, ਗੁਰੂ ਅੰਗਦ ਦੇਵ ਜੀ। ਇਹਨਾਂ ਦੀਆਂ ਆਪਾਂ ਗੁਰੂ ਅੰਗਦ ਦੇਵ ਜੀ ਦੀਆਂ ਪੰਕਤੀਆਂ ਕੀਤੀਆਂ ਸੀ, ਗੁਰੂ ਨਾਨਕ ਦੇਵ ਜੀ ਨਾਲ ਮਿਲਦੀਆਂ ਜੁਲਦੀਆਂ, ਠੀਕ ਹੈ, ਅਤੇ ਗੁਰੂ ਨਾਨਕ ਦੇਵ ਜੀ ਬਾਰੇ ਹੀ ਲਿਖਦੇ ਆ ਗੁਰੂ ਅੰਗਦ ਦੇਵ ਜੀ। 46 ਨੰਬਰ ਸੀਗਾ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਦਾ ਜਨਮ D, ਠੀਕ ਹੈ, ਇਹ ਤਾਂ ਤੁਹਾਡੇ ਯਾਦ ਹੀ ਹੋਵੇਗਾ, ਪਰ ਫਿਰ ਵੀ ਇੱਕ ਵਿਦਿਆਰਥੀ ਤੋਂ ਗਲਤ ਹੋ ਗਿਆ ਇਹ ਵਾਲਾ, ਠੀਕ ਆ, 79, ਪਤਾ ਨਹੀਂ ਉਹ 34 ਦੇ ਭੁਲੇਖੇ ਵਿੱਚ ਰਹਿ ਗਏ। ਇਹ ਵਾਲਾ ਠੀਕ ਆ ਉੱਤਰ D ਵਾਲਾ, ਠੀਕ ਹੈ। ਗੁਰਬਾਣੀ ਦੀ ਕੁੰਜੀ, ਇਹ ਤਾਂ ਚਲੋ ਤੁਹਾਡੇ ਯਾਦ ਹੀ ਸੀ, ਆਪਾਂ ਕਈ ਵਾਰ ਕੀਤਾ। ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਕਿਹਾ ਜਾਂਦਾ। ਬਾਬਾ ਫਰੀਦ ਜੀ ਦੇ ਖਲੀਫਾ ਕੌਣ ਸਨ, ਠੀਕ ਹੈ, ਇੱਥੇ ਖਲੀਫਾ ਕੀਤਾ ਇਹਨਾਂ ਨੇ। ਖਵਾਜਾ ਬਖਤਿਆਰ ਕਾਕੀ ਇਹਨਾਂ ਦੇ ਮੁਰੀਦ ਸੀ, ਠੀਕ ਹੈ। ਹੋ ਸਕਦਾ ਕੋਈ ਹੋਰ ਚੀਜ਼ ਵੀ ਪੁੱਛੀ ਹੋ ਸਕਦੀ ਹੈ, ਖਲੀਫਾ ਲਿਖਿਆ ਸ਼ਬਦ, ਪਰ ਆਪਾਂ ਇਹਨਾਂ ਦੇ ਅੱਗੇ ਗੱਦੀ ਨਸ਼ੀ ਕਰਦੇ ਹਾਂ ਤਾਂ ਖਲੀਫਾ ਸ਼ਬਦ ਹੀ ਹੋਵੇਗਾ, ਕਿਉਂਕਿ ਖਲੀਫੇ ਦਾ ਉਸ ਸਮੇਂ ਜਿਹੜਾ ਅਰਥ ਥੋੜ੍ਹੇ ਜਿਹੇ ਵਿਸ਼ਾਲ ਸੀਗੇ। ਖਵਾਜਾ ਬਖਤਿਆਰ ਕਾਕੀ। ਰੱਬਾ ਮੇਰੇ ਹਾਲ ਦਾ ਮਹਿਰਮ ਤੂੰ, ਇਹ 17 ਤਾਂ ਆਪਾਂ ਮੈਨੂੰ ਲੱਗਦਾ ਚੌਥੇ ਪੰਜਵੇਂ ਹੀ ਫੇਰ ਕੀਤੀਆਂ ਸੀ, ਦੁਹਰਾਈਆਂ ਸੀ। ਰੱਬਾ ਮੇਰੇ ਹਾਲ ਦਾ ਮਹਿਰਮ ਤੂੰ, ਤੂੰ ਹੈ ਤਾਣਾ ਤੂੰ ਹੈ ਬਾਣਾ, ਸਭ ਕੁਝ ਮੇਰਾ ਤੂੰ, ਠੀਕ ਆ। 49 ਨੰਬਰ ਜਿਹੜਾ ਹੈ ਇਹ ਹੈ ਸ਼ਾਹ ਹੁਸੈਨ। ਸ਼ਾਹ ਇਨਾਇਤ, ਠੀਕ ਹੈ, ਇਹ ਵੀ ਬਿਲਕੁਲ ਠੀਕ ਹੀ ਹੋਵੇਗਾ ਤੁਹਾਡਾ, ਬੁੱਲੇ ਸ਼ਾਹ। ਦਮੋਦਰ ਦੇ ਕਿੱਸੇ ਵਿੱਚ ਇਹਦੇ ਉੱਪਰ ਆਪਾਂ ਕਾਫੀ ਲੰਮੀ ਚਰਚਾ ਕੀਤੀ ਸੀ ਕਿ ਅਕਬਰ ਅਤੇ ਜਹਾਂਗੀਰ ਦੋਨਾਂ ਦਾ ਹੀ ਮਿਲਦਾ, ਜੇ ਦੋਨੇ ਇਕੱਠੇ ਹੋਏ ਤਾਂ ਦੋਨਾਂ ਨੂੰ ਇਕੱਠਿਆਂ ਨੂੰ ਰੱਖਣਾ ਅਤੇ ਨਹੀਂ ਫਿਰ ਅਕਬਰ ਨੂੰ ਰੱਖਣਾ, ਕਿਉਂਕਿ ਅਕਬਰ ਦਾ ਉਸਨੇ ਜ਼ਿਕਰ ਕੀਤਾ। ਜਨਮ ਅਕਬਰ ਦੇ ਸਮੇਂ ਦਾ ਹੀ ਅੱਗੇ ਜਹਾਂਗੀਰ ਦੇ ਸਮੇਂ ਤੱਕ ਜਾ ਕੇ ਕਿੱਸਾ ਲਿਖਦਾ, ਸ਼ਾਇਦ ਠੀਕ ਕਰਕੇ ਆਏ ਹੋਵੋਗੇ।
ਵਣਜ ਗਵਾਲੇ ਬਾਣੀਆਂ ਬਲਦ ਗਵਾਲੇ ਜੱਟ, ਇਹ ਤਾਂ ਫਿਰ ਪੀਲੂ ਮਿਰਜ਼ਾ ਸਾਹਿਬਾ ਕਰਦੇ ਹੀ ਹੋ, ਗਈ ਪਸਾਰੀ ਦੀ ਹੱਟ। ਠੀਕ ਹੈ, ਅੱਗੇ ਸੀ 53 ਨੰਬਰ, ਪੰਜਾਬੀ ਕਿੱਸਾ ਮੁੱਖ ਰੂਪ ਵਿੱਚ ਪ੍ਰਭਾਵਿਤ ਹੈ ਮਸਨਵੀ, ਜਿਹੜਾ ਅਰਬੀ ਫਾਰਸੀ ਮਸਨਵੀ ਆ ਜਿਹੜਾ ਉਹ ਤੋਂ ਆਪਾਂ ਕਰਦੇ ਹਾਂ ਵੀ ਜਿਹੜਾ ਇਹ ਕਿੱਸਾ ਇੱਥੋਂ ਪ੍ਰਭਾਵਿਤ ਆ। 53 ਨੰਬਰ ਪੇਪਰ ਇੰਨਾ ਔਖਾ ਵੀ ਨਹੀਂ ਸੀ ਜਿੰਨਾ ਵਿਦਿਆਰਥੀ ਕਹਿ ਰਹੇ ਆ। ਠੀਕ ਹੈ, 54 ਨੰਬਰ ਆ ਜਿਹੜਾ, 54 ਨੰਬਰ ਦਾ ਅੱਗੇ ਉੱਤਰ ਹੈ ਆਪਣਾ ਸੀ ਸ਼ਿੰਗਾਰ ਰਸ। ਵੈਸੇ ਤਾਂ ਹੁਣ ਕਈਆਂ ਵਿੱਚ ਕਰੂਣਾ ਰਸ ਵੀ ਹੈ, ਜਿਵੇਂ ਹਾਸ਼ਮ ਦਾ ਸੱਸੀ ਆ ਜਿਵੇਂ। ਠੀਕ ਹੈ, ਪਰ ਕਿੱਸਿਆਂ ਦੇ ਵਿੱਚ ਸ਼ਿੰਗਾਰ ਰਸ ਹੁੰਦਾ। ਠੀਕ ਹੈ, ਉਸੇ ਨਾਲ ਹੀ ਸ਼ਿੰਗਾਰੇ ਹੁੰਦੇ ਆ ਕਿੱਸੇ, ਖੂਬਸੂਰਤ ਬਣਾਏ ਹੁੰਦੇ ਆ। ਸ਼ਿੰਗਾਰ ਰਸ ਸੂਫੀ, ਇਹ ਜਿਹੜੀਆਂ ਉੱਪਰ ਟਿਕ ਵਗੈਰਾ ਆ ਰਹੀਆਂ ਇਹ ਪਿਛਲੀਆਂ ਆ ਰਹੀਆਂ। ਠੀਕ ਹੈ, ਜਿਹੜੀ ਆਪਾਂ ਕੱਟ ਕੇ ਲਗਾ ਰਹੇ ਹਾਂ ਉਹ ਵਾਲਾ ਸਹੀ ਉੱਤਰ ਹੈ ਸ਼ਿੰਗਾਰ ਰਸ। ਸੂਫੀ ਦਰਵੇਸ਼ ਰੱਬ ਦੀ ਪ੍ਰਾਪਤੀ ਦੇ ਕਿੰਨੇ ਪੜਾਅ ਮੰਨਦੇ ਹਨ? ਇਹ ਆਪਾਂ ਕੀਤਾ ਸੀ ਵੀ ਪ੍ਰਮੁੱਖ ਪੜਾਅ 3, ਵੈਸੇ ਜਿਹੜੇ ਪੜਾਅ ਉਹ 4 ਹੈ। 4 ਪੜਾਅ ਮੰਨਦੇ ਆ, ਕਈ ਜਗ੍ਹਾ 5 ਵੀ ਲਿਖਿਆ ਪਰ 4 ਪੜਾਅ ਮੰਨਦੇ ਆ। ਠੀਕ ਹੈ, ਅੱਗੇ ਹੈ ਪੰਜਾਬੀ ਕਿੱਸਾ ਕਾਵਿ ਦੇ ਸਭ ਤੋਂ ਵੱਡਾ ਦਾਰਸ਼ਨਿਕ ਪ੍ਰਭਾਵ ਪਿਆ। ਦੇਖੋ ਕੁਝ ਕੁ ਸਵਾਲਾਂ ਦੀ ਮੈਂ ਸੰਭਾਵਨਾ ਦੱਸ ਰਿਹਾ ਤੁਹਾਨੂੰ। ਪੰਜਾਬੀ ਕਿੱਸਾ ਕਾਵਿ 'ਤੇ ਸਭ ਤੋਂ ਵੱਡਾ ਦਾਰਸ਼ਨਿਕ ਪ੍ਰਭਾਵ ਸੂਫੀ ਮਤ ਦਾ ਹੀ ਪਿਆ ਹੈ। ਠੀਕ ਹੈ, ਅੱਗੇ ਜਿਹੜਾ ਇਹ ਆਤਮਾ ਪਰਮਾਤਮਾ ਦੀ ਗੱਲ ਕਰਦੇ ਆ ਕਿੱਸਿਆਂ ਦੇ ਵਿੱਚ। ਕਾਦਰ ਯਾਰ ਦਾ ਪੂਰਨ ਭਗਤ ਲਿਖਿਆ ਗਿਆ ਹੈ। ਕਾਦਰ ਯਾਰ ਦਾ ਜਿਹੜਾ 57 ਨੰਬਰ ਆਪਣਾ ਪ੍ਰਸ਼ਨ ਇਹ ਲਿਖਿਆ ਗਿਆ ਹੈ ਬੈਂਤ ਦੇ ਵਿੱਚ। ਕਾਦਰ ਯਾਰ ਦਾ ਪੂਰਨ ਭਗਤ ਬੈਂਤ ਦੇ ਵਿੱਚ। ਅਤੇ ਬਾਕੀ ਦੇਖੋ ਛੰਦ ਸਾਰੇ ਹੀ ਵਰਤਿਆ ਇਸਨੇ, ਪਰ ਬੈਂਤ ਛੰਦ ਹੈ ਇਸ ਦੇ ਵਿੱਚ। ਠੀਕ ਹੈ, ਜ਼ਿਆਦਾ। ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਕੌਣ ਸੀ? ਹਾਸ਼ਮ ਸੀਗਾ। ਠੀਕ ਹੈ, ਹਾਸ਼ਮ ਨੂੰ ਮੰਨਦੇ ਆ ਕੁਝ ਵਿਦਵਾਨ, ਜਿਹੜਾ ਹਾਸ਼ਮ ਆ ਇਸ ਦਾ ਦਰਬਾਰੀ ਕਵੀ ਸੀ। ਸ਼ਾਹ ਮੁਹੰਮਦ ਦਾ ਮਤਲਬ ਉਸਨੇ ਇਸ ਦੇ ਬਾਰੇ ਲਿਖਿਆ ਹੈਗਾ, ਪਰ ਦਰਬਾਰੀ ਕਵੀ ਜਿਹੜਾ ਹਾਸ਼ਮ ਨੂੰ ਮੰਨਿਆ ਜਾਂਦਾ, ਪਰ ਕੋਈ ਪ੍ਰਮਾਣ ਨਹੀਂ ਮਿਲਦਾ ਇਸ ਦੇ ਦਰਬਾਰੀ ਕਵੀ ਹੋਣ ਦਾ। ਅੱਗੇ ਹੈ ਵਾਰਿਸ ਸ਼ਾਹ ਦਾ ਜਨਮ ਸਥਾਨ ਸ਼ੇਖੂਪੁਰਾ। ਠੀਕ ਹੈ, ਵਾਰਿਸ ਸ਼ਾਹ ਦਾ, ਇਹ ਵੀ ਵਾਰਿਸ ਸ਼ਾਹ ਨਾਲ ਸੰਬੰਧਿਤ ਇੱਕ ਆਪਾਂ ਬਣਾਈ ਸੀ ਵੀਡੀਓ ਵੱਡੀ ਸਾਰੀ। ਅਤੇ ਅੱਗੇ ਹੈ ਰੱਬ ਭਰਿਆਂ ਤੋਂ ਕਰਦਾ ਸੱਖਣੇ ਖਾਲੀ ਫੇਰ ਭਰੇ। 60 ਨੰਬਰ ਆ ਜਿਹੜਾ, ਇਹ ਪੰਜਾਬੀ ਤੋਂ ਸਿਰਫ ਇੱਕ ਅੰਦਾਜ਼ਾ ਜਿਹਾ ਲਗਾ ਸਕਦੇ ਹਾਂ ਕਿ ਅਹਿਮਦ ਯਾਰ ਹੋ ਸਕਦਾ, ਕਿਉਂਕਿ ਬੜੀ ਸ਼ੁੱਧ ਜਿਹੀ ਪੰਜਾਬੀ ਲਿਖੀ ਹੈ। ਅਤੇ ਇਸ ਸਮੇਂ 'ਚ ਆ ਕੇ ਜਿਹੜੀ ਪੰਜਾਬੀ ਹੈ ਬੜੀ ਠੇਠ ਜੀ ਜਿਹੜੀ ਅਹਿਮਦ ਯਾਰ ਨੇ ਵਰਤੀ ਆ, ਵੀ ਲੱਗਦਾ ਵੀ ਇੰਨੀ ਠੇਠ ਪੰਜਾਬੀ। ਠੀਕ ਹੈ, ਮਤਲਬ ਕੁਐਸਚਨ ਮਾਰਕ ਹੈ ਇੱਥੇ ਆਪਣੇ ਵੱਲੋਂ। ਵੀਰ ਰਸ ਨਾਲ ਸੰਬੰਧਿਤ ਕਿਹੜੀ ਰਚਨਾ ਹੈ? ਵਾਰ ਸ਼੍ਰੀ ਭਗਉਤੀ ਜੀ ਕੀ ਆ ਵੀਰ ਰਸ ਦੇ ਨਾਲ ਸੰਬੰਧਿਤ, ਕਿਉਂਕਿ ਚੰਡੀ ਦੀ ਵਾਰ ਹੀ ਵੀਰ ਰਸ। ਤੁਹਾਨੂੰ ਕਿੰਨੇ ਵਾਰ ਦੱਸਿਆ ਸੀ ਕਿ ਚੰਡੀ ਦੀ ਵਾਰ ਦਾ ਨਾਮ ਹੀ ਵਾਰ ਸ਼੍ਰੀ ਭਗਉਤੀ ਜੀ ਕੀ ਆ, ਫਿਰ ਵੀ ਇਹ ਵਿਦਿਆਰਥੀ ਜਫਰਨਾਮਾ ਲਾਈ ਬੈਠਾ। 62 ਨੰਬਰ ਹੈ ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਮਹਾਰਾਣੀ ਜਿੰਦਾ ਨਾਲ ਪੂਰੀ ਤਰ੍ਹਾਂ ਨਿਆਂ ਨਹੀਂ ਹੋਇਆ, ਕਿਸ ਦਾ ਕਥਨ ਹੈ? ਜਿਹੜਾ 62 ਨੰਬਰ ਹੈ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲਦੀ। 62 ਨੰਬਰ ਜਿਹੜਾ ਪ੍ਰਸ਼ਨ ਆ ਇਹ ਆਪਾਂ ਕੁਝ ਕੁ ਮਤਲਬ ਅਧਿਐਨ ਦੇਖਿਆ ਡਾਕਟਰ ਗੰਡਾ ਸਿੰਘ ਦੇ, ਪੁਰਾਣੇ ਇਤਿਹਾਸ ਨਾਲ ਸੰਬੰਧਿਤ ਡਾਕਟਰ ਗੰਡਾ ਸਿੰਘ ਅਧਿਐਨ ਕਰਦਾ, ਵਾਰਾਂ ਦਾ ਅਧਿਐਨ ਕਰਦਾ, ਹੋਰ ਬਹੁਤ ਸਾਰੇ ਡਾਕਟਰ ਗੰਡਾ ਸਿੰਘ ਨੇ ਅਧਿਐਨ ਕੀਤੇ ਹੋਏ ਆ। ਠੀਕ ਹੈ, ਅਤੇ ਉਸ ਦੇ ਮੁਤਾਬਕ ਜਿਹੜਾ ਇਹ ਜੰਗਨਾਮੇ ਉੱਪਰ ਵੀ ਅਧਿਐਨ ਗੰਡਾ ਸਿੰਘ ਦਾ ਹੀ ਹੋਵੇਗਾ। ਬਾਕੀ ਲੇਖਕਾਂ ਦਾ ਲੱਗਦਾ ਨਹੀਂ ਕਿ ਇਹਨਾਂ ਨੇ ਕੋਈ ਅਧਿਐਨ ਕੀਤਾ। ਠੀਕ ਹੈ, ਇਹ ਤਾਂ ਉਸ ਸਮੇਂ ਦੇ ਆ ਗਏ, ਅਤੇ ਡਾਕਟਰ ਗੰਡਾ ਸਿੰਘ ਦਾ ਇਹ ਜਿਹੜਾ ਹੋ ਸਕਦਾ। ਕੁਐਸਚਨ ਮਾਰਕ ਲਗਾ ਦਿੰਦਾ, ਪਰ ਮੈਨੂੰ ਲੱਗਦਾ ਕਿ ਗੰਡਾ ਸਿੰਘ ਦਾ ਹੀ ਅਧਿਐਨ ਹੈ ਵਾਲਾ। ਅਗਲਾ ਸਵਾਲ ਹੈ ਨਜਾਬਤ ਨੇ ਨਾਦਰ ਸ਼ਾਹ ਦੀ ਵਾਰ ਵਿੱਚ ਕਿਹੜੇ ਛੰਦ ਵਿੱਚ ਲਿਖੀ ਹੈ? ਦੇਖੋ ਜਿੰਨੇ ਛੰਦ ਦਿੱਤੇ ਆ ਸਾਰੇ ਹੀ ਛੰਦਾਂ ਵਿੱਚ ਉਸਨੇ ਲਿਖੀ ਹੈ। ਸਿਰਖੰਡੀ ਵੀ ਵਰਤਿਆ, ਅਤੇ ਇਸ ਤੋਂ ਬਿਨਾਂ ਨਿਸ਼ਾਨੀ ਛੰਦ ਵੀ ਉਸਨੇ ਵਰਤਿਆ, ਅਤੇ ਦਵਈਆ ਵੀ ਵਰਤਿਆ। ਅਤੇ ਦਵਈਆ ਬਹੁਤ ਘੱਟ ਵਰਤਿਆ, ਅਤੇ ਸਿਰਖੰਡੀ ਅਤੇ ਨਿਸ਼ਾਨੀ ਜ਼ਿਆਦਾ ਵਰਤਿਆ। ਅਤੇ ਸਿਰਖੰਡੀ ਤੋਂ ਬਿਨਾਂ ਜਿਹੜੀ ਵਾਰ ਆ ਹੋ ਨਹੀਂ ਸਕਦੀ। ਮਤਲਬ ਛੰਦ ਆ ਜਿਹੜਾ ਸਿਰਖੰਡੀ ਅਤੇ ਨਿਸ਼ਾਨੀ ਉਸ ਦੇ ਲਈ ਜ਼ਰੂਰੀ ਮੰਨਿਆ ਜਾਂਦਾ। ਨਾਲ ਸਹਾਇਕ ਛੰਦ ਆਪਾਂ ਕਰਦੇ ਹਾਂ ਕਿ ਹੋ ਸਕਦੇ ਆ, ਇਸੇ ਦੀ ਵਾਰ ਨੂੰ ਦੇਖ ਕੇ ਉਹ ਗੱਲ ਕਹਿੰਦੇ ਆ ਵਿਦਵਾਨ ਕਿ ਉਹ ਹੋ ਸਕਦੇ ਆ। ਇਹਦਾ ਮਤਲਬ ਨਿਸ਼ਾਨੀ ਹੁੰਦਾ ਤਾਂ ਉਸ ਨੂੰ ਆਪਾਂ ਕਰਦੇ ਨਾਲ ਸਿਰਖੰਡੀ ਦੇ, ਅਤੇ ਸਿਰਖੰਡੀ ਛੰਦ ਆ ਜਿਹੜਾ ਨਜਾਬਤ ਨੇ ਵਾਰ ਦੇ ਵਿੱਚ ਵਰਤਿਆ। ਝੰਡੀ ਦੀ ਵਾਰ ਵਾਲਾ ਕੰਮ ਹੀ ਹੈ ਇੱਥੇ ਵੀ। ਠੀਕ ਹੈ, ਸਿਰਖੰਡੀ ਨਿਸ਼ਾਨੀ ਅਤੇ ਦਵਈਆ ਨਾਲ ਥੋੜ੍ਹਾ ਛੰਦ ਆ ਜਿਹੜਾ ਵਰਤਿਆ। ਅਤੇ ਇਸ ਦਾ ਮਤਲਬ ਇਸ ਦੇ ਵੀ ਉੱਪਰ ਵੀ ਵਿਦਿਆਰਥੀ ਕਰ ਸਕਦੇ ਆ, ਅਤੇ ਆਪਣਾ ਨੰਬਰ ਵਗੈਰਾ ਲੈ ਸਕਦੇ ਆ ਜੇ ਕੋਈ ਨਾ ਕੋਈ ਗੜਬੜ ਹੁੰਦੀ ਹੈ ਅੱਗੇ ਜਾ ਕੇ। ਭਾਈ ਵੀਰ ਸਿੰਘ ਦੀ ਕਵਿਤਾ ਦੀ ਕਿਹੜੀ ਪ੍ਰਕਿਰਤੀ ਹੈ?
ਇਹ ਆਪਾਂ ਕਿਹਾ ਸੀ ਕਿ ਧਿਆਨ ਨਾਲ ਦੇਖਣਾ, ਸਾਰੇ ਹੀ ਆ ਰਹੇ ਆ ਇਹਦੇ ਵਿੱਚ। ਫਿਰ ਬੜੀਆਂ ਔਖੀਆਂ ਆਪਸ਼ਨਾਂ ਪਾ ਦਿੱਤੀਆਂ, ਠੀਕ ਹੈ। ਧਾਰਮਿਕਤਾ ਸੀ ਪਰ ਸੁਧਾਰਵਾਦੀ ਨਾਨਕ ਸਿੰਘ ਨੂੰ ਕਰਦੇ ਆ, ਸੁਧਾਰਵਾਦੀਆਂ ਦੇ ਵਿੱਚ ਫਿਰ ਅੱਗੇ ਨਾਨਕ ਸਿੰਘ ਨੂੰ ਕਰਦੇ ਆ। ਅਧਿਆਤਮਿਕ ਹੈ ਪਰ ਯਥਾਰਥਵਾਦੀ ਨਾਵਲ ਇੰਨੇ ਹੈ ਨਹੀਂ, ਨਾ ਹੀ ਕਵਿਤਾਵਾਂ ਯਥਾਰਥਵਾਦੀ ਆ, ਅਸਮਾਨੀ ਉਡਾ ਰਹੀਆਂ ਹੀ ਆ। ਅਤੇ ਫਿਰ ਬਚਦੀ ਆਪਸ਼ਨ ਬੀ, ਰਹੱਸਵਾਦੀ ਅਤੇ ਦਾਰਸ਼ਨਿਕ, ਮਤਲਬ ਸਿੱਖੀ ਦਾ ਜਿਹੜਾ ਫਲਸਫਾ ਉਸ ਨੂੰ ਪੇਸ਼ ਕੀਤਾ, ਇਹ ਹੋ ਸਕਦਾ, ਠੀਕ ਹੈ। ਹੋ ਸਕਦਾ ਲਿਖਦੇ ਹਾਂ, ਠੀਕ ਹੈ। 65 ਵਿਦਿਆ ਰਤਨਾਕਾਰ, ਇਹ ਆਪਾਂ ਕੀਤੀਆਂ ਸੀ, ਲਾਲਾ ਬਿਹਾਰੀ ਲਾਲਪੁਰੀ ਦੀਆਂ ਕਿਤਾਬਾਂ, ਠੀਕ ਹੈ। ਵਿਦਿਆ ਰਤਨਾਕਾਰ ਇਹ ਤਾਂ ਨਹੀਂ ਤੁਹਾਡਾ ਗਲਤ ਜਾਣਾ ਚਾਹੀਦਾ ਸੀ। 66 ਨੰਬਰ ਹੈ ਵਾਰਤਕਾਰ ਸੂਬਾ ਸਿੰਘ ਦਾ ਜਨਮ ਹੋਇਆ। ਸੂਬਾ ਸਿੰਘ ਇਹ ਅੰਮ੍ਰਿਤਸਰ ਦਾ, ਠੀਕ ਹੈ ਨਾ। ਸੂਬਾ ਸਿੰਘ, ਜਦੋਂ ਮੈਂ ਕਿਹਾ ਸੀ ਕਿ ਅੰਮ੍ਰਿਤਸਰ ਵਾਲੇ ਧਿਆਨ ਰੱਖਣ, ਸੂਬਾ ਸਿੰਘ ਨੇ ਕਾਫੀ ਵੱਡੀ ਦੇਣ ਦਿੱਤੀ ਹੈ, ਠੀਕ ਹੈ, ਅੰਮ੍ਰਿਤਸਰ ਤੋਂ। ਰਵਿੰਦਰ ਨਾਥ ਟੈਗੋਰ ਦੇ ਪ੍ਰਭਾਵ ਹੇਠ ਕਿਸ ਨੇ ਪੰਜਾਬੀ ਵਿੱਚ ਰਚਨਾ ਕੀਤੀ? ਇਹ ਸਵਾਲ ਆਪਾਂ ਕੀਤਾ ਸੀ ਬਲਵੰਤ ਗਾਰਗੀ ਨਾਲ ਸੰਬੰਧਿਤ, ਕਿ ਬਲਵੰਤ ਗਾਰਗੀ ਨੂੰ ਪ੍ਰੇਰਨਾ ਮਿਲੀ ਸੀ ਰਵਿੰਦਰ ਨਾਥ ਟੈਗੋਰ ਤੋਂ। ਅਤੇ ਪੰਜਾਬੀ ਮਾਸਟਰ ਤਾਰਾ ਸਿੰਘ, ਹੁਣ ਮਾਸਟਰ ਕੇਡਰ ਹੀ ਰਹਿ ਗਿਆ ਦਿਮਾਗ 'ਚ ਵੀ ਕਈ ਦਿਨ। ਮਾਸਟਰ ਤਾਰਾ ਸਿੰਘ ਤਾਂ ਵੈਸੇ ਹੀ ਆਪਣੇ ਆ ਗਏ ਪੰਜਾਬੀ ਨਾਲ ਹੀ ਜੁੜੇ ਹੋਏ ਆ, ਠੀਕ ਹੈ, ਇਹਨਾਂ ਦਾ ਤਾਂ ਵਜੂਦ ਹੀ ਪੰਜਾਬੀ ਨਾਲ ਸੰਬੰਧਿਤ ਹੈ। ਅਤੇ ਗਿਆਨੀ ਦਿੱਤ ਸਿੰਘ ਤਾਂ ਬੜੀਆਂ ਧਾਰਮਿਕ ਕਿਤਾਬਾਂ ਲਿਖੀਆਂ ਹੀ ਪੰਜਾਬੀ 'ਚ ਹੈ। ਅਤੇ ਪ੍ਰੋਫੈਸਰ ਗੁਰਮੁਖ ਸਿੰਘ ਦਾ ਵੀ ਸਾਰਾ ਕੁਝ ਪੰਜਾਬੀ ਵਿੱਚ ਹੀ ਮਿਲਦਾ। ਜੇਲ੍ਹ ਜੀਵਨ ਨਾਲ ਸੰਬੰਧਿਤ ਵੀ ਆਪਾਂ ਦੇਖਦੇ ਹਾਂ। ਅਤੇ ਬਾਕੀ ਬਚਦੇ ਆ ਬਲਰਾਜ ਸਾਹਨੀ, ਜਿਹੜੇ ਹਿੰਦੀ ਵਗੈਰਾ ਨਾਲ ਸੰਬੰਧਿਤ ਆ, ਅਤੇ ਉੱਥੋਂ ਸ਼ਾਇਦ ਪ੍ਰੇਰਨਾ ਮਿਲੀ ਹੋਵੇ, ਠੀਕ ਹੈ, ਮਾਂ ਬੋਲੀ ਵਿੱਚ ਲਿਖਣ ਦੀ। ਅਤੇ ਹੋ ਸਕਦਾ ਕਿ ਹੋਵੇ ਨਾ, ਆਪਾਂ ਜਿਹੜਾ ਬਲਵੰਤ ਗਾਰਗੀ ਕਰਦੇ ਆਏ ਹਾਂ ਹੁਣ ਤੱਕ, ਅਤੇ ਕੋਈ ਨਾ ਕੋਈ ਪ੍ਰਸ਼ਨ ਵਿੱਚ ਗੜਬੜ ਹੋਵੇ। ਅਤੇ ਬਲਰਾਜ ਸਾਹਨੀ ਜਿਹੜੇ ਅੰਦਾਜ਼ੇ ਦੇ ਨਾਲ ਅਖੀਰ 'ਤੇ ਬਚ ਰਹੇ ਆ। ਅੱਗੇ ਆਪਣਾ ਆ ਗਿਆ ਖਿੜਕੀਆਂ। ਨਰਿੰਦਰ ਕਪੂਰ ਸਿੰਘ ਦੀ ਕਿਤਾਬ ਤੁਹਾਨੂੰ ਕਿਹਾ ਕਿ ਪੁੱਛੀ ਹੀ ਜਾਂਦੀ ਹੈ ਹਰ ਪੇਪਰ ਵਿੱਚ। ਖਿੜਕੀਆਂ ਨਰਿੰਦਰ ਸਿੰਘ ਕਪੂਰ। ਚਿੱਟਾ ਲਹੂ 1932 ਦੇ ਵੇਲੇ ਦਾ, 1932 ਦੇ ਲਗਭਗ ਚਿੱਟਾ ਲਹੂ। ਇਹ ਆਪਾਂ ਨਾਨਕ ਸਿੰਘ ਦੇ ਨਾਵਲ ਚਿੱਟਾ ਲਹੂ, ਅਤੇ ਇੱਕ ਹੋਰ ਵੀ ਸੀ ਮੇਰੇ ਹਿਸਾਬ ਨਾਲ ਉਹਨਾਂ ਨੂੰ ਕੀਤਾ ਸੀ। ਅਤੇ ਯਥਾਰਥਵਾਦੀ ਨਾਵਲਕਾਰ ਭਾਈ ਵੀਰ ਸਿੰਘ ਤਾਂ ਨਹੀਂ ਹੈਗੇ, ਠੀਕ ਹੈ। ਚਰਨ ਸਿੰਘ ਸ਼ਹੀਦ ਅਤੇ ਮੋਹਨ ਸਿੰਘ ਵੈਦ, ਗੁਰਦਿਆਲ ਸਿੰਘ ਬਚਦੇ ਆ ਜਿਹੜੇ ਪੂਰੀ ਤਰ੍ਹਾਂ ਯਥਾਰਥਵਾਦੀ ਆ, ਠੀਕ ਆ। ਮੜੀ ਦੇ ਦੀਵਾ ਤੋਂ ਸ਼ੁਰੂ ਹੁੰਦਾ। ਨਾਨਕ ਗੁਰਦਿਆਲ ਸਿੰਘ ਹੀ ਆਪਾਂ ਕੀਤੇ ਸੀ ਯਥਾਰਥਵਾਦੀ, ਅਤੇ ਮੇਰੇ ਹਿਸਾਬ ਨਾਲ ਇੱਥੇ ਵੀ ਗੁਰਦਿਆਲ ਸਿੰਘ ਹੀ ਆ। ਸਰਬ ਲੋਹ ਦੀ ਵਹੁਟੀ ਤੁਸੀਂ ਜਾਣਦੇ ਹੋ, ਲਾਲ ਸਿੰਘ ਕਮਲਾ ਅਕਾਲੀ। ਬੂਟਾ ਸਿੰਘ ਵਿਰਕ ਦੀ ਕਿਹੜੀ ਕਹਾਣੀ ਦਾ ਪਾਤਰ ਹੈ? ਦੋ ਆਨੇ ਦਾ ਘਾਹ, ਠੀਕ ਹੈ। ਤੁਹਾਨੂੰ ਕਿਹਾ ਸੀ ਕਿ ਕਹਾਣੀਆਂ ਦੇ BA ਦੇ ਵਿੱਚ ਲਗਭਗ ਜਿਹੜੀਆਂ ਉਹਨਾਂ ਦੇ ਪਾਤਰ ਜ਼ਰੂਰ ਦੇਖ ਲਵੋ। ਦੋ ਆਨੇ ਦਾ ਘਾਹ। ਰੂਪੀ ਟਰੇਡ ਹੈ ਜਿਹੜਾ, ਇਹ ਅਜੀਤ ਕੌਰ ਦੇ ਨਾਲ ਸੰਬੰਧਿਤ ਹੈ। ਅਜੀਤ ਕੌਰ ਇਸ ਦੀ ਸੰਪਾਦਕਾ, ਮਤਲਬ ਸੰਪਾਦਨ ਕਰਦੀ ਰਹੀ ਹੈ, ਠੀਕ ਹੈ। ਅਤੇ ਸੁਜਾਨ ਸਿੰਘ ਨੂੰ ਕਿਸ ਪੁਸਤਕ ਦੇ ਲਈ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ? ਬੜੇ ਸੌਖੇ ਸਵਾਲ ਆਏ ਆ, ਜਿਹੜੇ ਸੌਖੇ ਆਏ ਆ, ਠੀਕ ਆ। ਸ਼ਹਿਰ ਅਤੇ ਗ੍ਰਾਂ। ਮੁਰਕੀਆਂ ਕਹਾਣੀਆਂ ਲਾਸਟ ਵੀਡੀਓ ਵਿੱਚ ਤੁਹਾਨੂੰ ਕਿਹਾ ਸੀ ਕਿ ਇਹਦੇ ਪਾਤਰ ਵੀ ਯਾਦ ਕਰ ਲਵੋ। ਨੌਰੰਗ ਸਿੰਘ ਦੀ ਜਿਹੜੀ ਕਹਾਣੀ ਤੁਹਾਨੂੰ ਦੱਸੀ ਸੀ, ਰਹੀਮੂ ਅਤੇ ਕਰੀਮੂ, ਠੀਕ ਹੈ। ਨੌਰੰਗ ਸਿੰਘ, ਮੁਰਕੀਆਂ ਕਹਾਣੀ। ਅੱਗੇ ਹੈ ਜੈ ਪ੍ਰਸ਼ਾਦ ਵਸੇ ਸੁਖ ਮੰਦਰ, ਤਿਸੇ ਤਿਹਾਈਏ ਸਦਾ ਮਨ ਅੰਦਰ। ਸੁਖਮਨੀ ਸਾਹਿਬ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਸਤਰਾਂ ਮਿਲਦੀਆਂ, ਠੀਕ ਹੈ। ਕਾਫੀ ਵੱਡੀ ਬਾਣੀ ਆ। ਹੋਰ ਕਿਸੇ ਬਾਣੀ ਵਿੱਚ ਇਹ ਚੀਜ਼ ਆ ਜਿਹੜੀ ਨਹੀਂ ਮਿਲਦੀ। ਇਹ ਮੈਂ ਆਪਣੀ ਯਾਦ ਦੇ ਨਿਰਭਰ ਰਹਿ ਕੇ ਤੁਹਾਨੂੰ ਕਹਿ ਰਿਹਾ। ਛੇ ਹਰਫੀ ਦਾ ਆਧਾਰ ਹੁੰਦਾ ਹੈ, 30 ਅੱਖਰ ਹੁੰਦਾ, ਇਹ ਵੀ ਤੁਸੀਂ ਕੀਤਾ ਹੋਵੇਗਾ। ਗੋਸ਼ਟਾਂ ਕਿਸ ਸਾਹਿਤ ਰੂਪ ਨਾਲ ਸੰਬੰਧਿਤ ਹਨ? ਗੋਸ਼ਟਾਂ ਵਾਰਤਕ ਨਾਲ ਸੰਬੰਧਿਤ ਹੈ, ਠੀਕ ਹੈ। ਕਿਸ ਸਾਹਿਤ ਰੂਪ? ਵਾਰਤਕ ਕੋਈ ਸਾਹਿਤ ਰੂਪ ਤਾਂ ਨਹੀਂ ਹੈਗਾ ਵੈਸੇ। ਵਾਰਤਕ ਤਾਂ ਆਪਣੇ ਆਪ ਵਿੱਚ ਸਾਹਿਤ ਦੇ ਅੱਗੇ ਜਿਹੜੇ ਸਾਹਿਤ ਰੂਪਾਂ ਨੂੰ ਲੈ ਕੇ ਆਉਂਦਾ ਆਪਣੇ ਵਿੱਚ। ਕਵਿਤਾ, ਨਾਟਕ। ਨਾਟਕ ਨਾਲ ਸੰਬੰਧਿਤ ਕਰ ਸਕਦੇ ਆ ਇਸ ਨੂੰ, ਗੋਸ਼ਟਾਂ ਨੂੰ। ਇੱਕ ਦੂਜੇ ਨਾਲ ਮਤਲਬ ਗੱਲਬਾਤ ਕਰਦੇ, ਜਿਵੇਂ ਪਾਤਰ ਇੱਕ ਦੂਜੇ ਨਾਲ ਡਾਇਲੋਗ ਬੋਲਦੇ ਆ। ਸੁਭਾਵਨਾ ਹੈ ਪੂਰੀ ਨਾਟਕ ਕਿ ਨਾਟਕ ਨਾਲ ਉਸ ਨੂੰ ਸੰਬੰਧਿਤ ਹੋ ਸਕਦਾ, ਕਿ ਨਾਟਕ ਦਾ ਵੀ ਨਾਲ ਸੰਬੰਧਿਤ ਹੀ ਪੁੱਛਿਆ ਨਾ, ਠੀਕ ਹੈ। ਵਾਰਤਕ ਤਾਂ ਹੈ ਹੀ, ਆਪਾਂ ਚਲੋ ਮੰਨਦੇ ਹਾਂ, ਵਾਰਤਕ ਵਿੱਚ ਹੀ ਆ ਗਿਆ ਸਾਰਾ ਕੁਝ। ਅਤੇ ਨਾਟਕ ਦੇ ਨੇੜੇ ਆ, ਇਹਦੇ ਵਿੱਚ ਵੀ ਇੱਕ ਦੂਜੇ ਨਾਲ ਗੱਲਾਂ ਬਾਤਾਂ ਹੁੰਦੀਆਂ, ਜਿਵੇਂ ਨਾਟਕ ਦੇ ਵਿੱਚ ਡਾਇਲੋਗ ਵਗੈਰਾ ਬੋਲਦੇ ਆ। ਇੱਥੇ ਪ੍ਰਸ਼ਨਵਾਚਕ ਲਾ ਕੇ ਆਪਾਂ ਅਗਲਾ ਪ੍ਰਸ਼ਨ ਕਰਦੇ ਹਾਂ ਇੱਕ ਵਾਰ, ਬਾਕੀ ਦੇਖਦੇ ਹਾਂ। ਤੁਹਾਨੂੰ ਕਮੈਂਟਾਂ ਵਿੱਚ ਗੱਲ ਕਰ ਲਾਂਗੇ ਤੁਹਾਡੇ ਨਾਲ, ਠੀਕ ਹੈ। ਕੁਰਸੀ ਰਚਨਾ ਸਾਹਿਤ ਦੀ ਕਿਹੜੀ ਵਿਧਾ ਨਾਲ ਸੰਬੰਧਿਤ ਹੈ? ਕੁਰਸੀ ਕਹਾਣੀ ਆ।
ਭਾਸ਼ਾ ਪਰਿਵਰਤਨ ਦਾ ਕਾਰਨ ਹੁੰਦਾ ਹੈ। ਉਪਭਾਸ਼ਾ ਦਾ ਤਾਂ ਆਪਾਂ ਕੀਤਾ ਸੀ, ਠੀਕ ਹੈ। ਇਹ ਭਾਸ਼ਾ ਜਿਹੜਾ ਭਾਸ਼ਾ ਦੇ ਪਰਿਵਰਤਨ ਇਹਦੇ ਵਿੱਚ ਸਾਰੇ ਹੀ ਆ ਜਾਣਗੇ, ਸਮਾਜਿਕ ਕਾਰਨ ਵੀ ਹੁੰਦੇ ਆ, ਭੂਗੋਲਿਕ ਵੀ ਹੁੰਦੇ ਆ, ਅਤੇ ਸਾਰੇ ਹੀ ਆ ਜਾਣਗੇ ਲਗਭਗ। ਪਰ ਜਿਹੜਾ ਭੂਗੋਲਿਕ ਕਾਰਨ ਹੈ ਇਹ ਉਪਭਾਸ਼ਾ ਦੇ ਪਰਿਵਰਤਨਾਂ ਵਿੱਚ ਤਾਂ ਆਪਾਂ ਦੇਖਿਆ ਸੀ, ਠੀਕ ਹੈ। ਅਤੇ ਭਾਸ਼ਾ ਦਾ ਪਰਿਵਰਤਨ ਵੀ ਆ ਹੀ ਜਾਂਦਾ, ਕੋਈ ਭੂਗੋਲਿਕ ਹਾਲਾਤ ਆ, ਕੋਈ ਪਹਾੜ ਨੇ ਆਪਣੇ ਨੂੰ ਇੱਕ ਦੂਜੇ ਤੋਂ ਅਲੱਗ ਕਰ ਦਿੱਤਾ, ਜਾਂ ਦਰਿਆਵਾਂ ਨੇ ਆਪਾਂ ਨੂੰ ਇੱਕ ਦੂਜੇ ਤੋਂ ਅਲੱਗ ਕਰ ਦਿੱਤਾ। ਇਹ ਕੁਝ ਕੁ ਵਿਦਿਆਰਥੀ ਕਹਿ ਰਹੇ ਸੀ ਕਿ ਨਹੀਂ ਹੋ ਸਕਦਾ, ਪਰ ਇਹ ਚੀਜ਼ ਆ ਜਿਹੜੀ ਹੋ ਸਕਦੀ ਹੈ, ਇਹਦੇ ਵਿੱਚ ਹੋ ਸਕਦਾ ਨਹੀਂ, ਹੁੰਦੀ ਹੀ ਹੁੰਦੀ ਹੈ, ਠੀਕ ਹੈ। ਸਾਰੇ ਹੀ ਆ ਜਾਣਗੇ। ਅੱਗੇ ਹੈ ਪ੍ਰਵਾਨਿਤ ਮਾਨਦੰਡ ਤੋਂ ਨੀਚੇ ਪੱਧਰ ਦੇ ਬੋਲ। ਇਹ ਆਪਾਂ ਭਾਸ਼ਾ ਕੀਤਾ ਸੀ ਇਸ ਦਾ, ਠੀਕ ਹੈ। ਥੋੜ੍ਹਾ ਜਿਹਾ ਸ਼ਬਦਾਂ ਨੂੰ ਬਦਲ ਕੇ ਪੁੱਛਿਆ ਉਸਨੇ, ਤਾਂ ਆਰਾਮ ਨਾਲ ਤੁਸੀਂ ਕਰ ਲਿਆ ਹੋਵੇਗਾ। ਕਾਕਲ ਦਾ ਜਿਹੜਾ ਮੁੱਖ ਕੰਮ ਹੈ, ਇਹ ਕਾਕਲ ਕਈ ਚੀਜ਼ਾਂ ਨੂੰ ਲਿਖਿਆ ਮਿਲਦਾ। ਇੱਕ ਤਾਂ ਜਿਹੜਾ ਆਪਣਾ ਉਹ ਅੰਦਰ ਕਾਂ ਜਿਹਾ ਹੁੰਦਾ, ਠੀਕ ਹੈ, ਉਸ ਨੂੰ ਵੀ ਬੋਲਦੇ ਆ। ਅਤੇ ਸਾਹ ਨਲੀ ਨੂੰ ਬੰਦ ਕਰਨਾ, ਸਾਹ ਨਲੀ ਨੂੰ ਬੰਦ ਕਰਨਾ। ਅਸਲ ਵਿੱਚ ਮੇਰੇ ਦੋ ਦੋਸਤ ਮੇਰੇ ਤੋਂ ਕਿਤਾਬਾਂ ਲੈ ਗਏ, ਮੈਂ ਉਸ ਵਿੱਚ ਜੇ ਚੰਗੀ ਤਰ੍ਹਾਂ ਦੇਖ ਲੈਂਦਾ ਤਾਂ ਤੁਹਾਨੂੰ ਚੰਗੀ ਤਰ੍ਹਾਂ 100% ਕਲੀਅਰ ਹੋ ਕੇ ਦੱਸ ਦਿੰਦਾ, ਅਤੇ ਇਸ ਕਰਕੇ ਮੈਂ ਤੁਹਾਨੂੰ ਦੱਸ ਨਹੀਂ ਪਾ ਰਿਹਾ ਪੂਰੇ ਵਿਸ਼ਵਾਸ ਨਾਲ। ਜਿਨ੍ਹਾਂ ਵਿਅੰਜਨਾਂ ਦੇ ਉਚਾਰਨ ਸਮੇਂ ਸੁਰ ਤੰਦਾਂ ਵਿੱਚ ਕੰਬਣ ਪੈਦਾ ਹੁੰਦਾ ਹੈ ਉਹ ਹਨ, ਦੇਖੋ, ਨਾਸਕੀ ਧੁਨੀਆਂ ਨੂੰ ਬੋਲਣ ਵੇਲੇ ਵੀ ਨੱਕ ਦੇ ਵਿੱਚ ਕੰਬਣੀ ਪੈਦਾ ਹੁੰਦੀ ਆ, ਨਾਸਕੀ ਧੁਨੀਆਂ। ਮੌਖਿਕ ਦੇ ਵਿੱਚ ਤਾਂ ਚਲੋ ਨਹੀਂ ਹੁੰਦਾ, ਅਘੋਸ਼ ਦੇ ਵਿੱਚ ਵੀ ਧੁਨੀਆਂ ਆ ਜਾਂਦੀਆਂ ਕੁਝ ਇਸ ਤਰ੍ਹਾਂ ਦੀਆਂ, ਠੀਕ ਹੈ, ਜਿਨ੍ਹਾਂ ਦੇ ਵੇਲੇ ਕੰਬਣ ਪੈਦਾ ਹੁੰਦਾ। ਅਤੇ ਕੰਬਣ ਨਾਸਿਕਤਾ ਦੇ ਵਿੱਚ ਵੀ ਜਿਹੜੇ ਸ਼ਬਦ ਬੋਲਦੇ ਆ ਉਹਨਾਂ ਵਿੱਚ ਵੀ ਆਉਂਦੀ ਹੈ। ਚਲੋ ਅਗਲਾ ਸਵਾਲ ਦੇਖੋ ਫਿਰ। ਇੱਕ ਸੀ ਅਨੀਤਾ ਜਿਹੜਾ ਇਹ ਹੈ ਇੱਕ ਨਾਵਲ ਹੈ ਅੰਮ੍ਰਿਤਾ ਪ੍ਰੀਤਮ ਦਾ। ਇਹ ਤਾਂ ਬਿਲਕੁਲ ਠੀਕ ਹੀ ਹੋਵੇਗਾ, ਤੁਹਾਡਾ ਗਲਤ ਜਾਣਾ ਹੀ ਨਹੀਂ ਚਾਹੀਦਾ। ਅੰਮ੍ਰਿਤਾ ਪ੍ਰੀਤਮ ਉੱਪਰ ਤਾਂ ਆਪਾਂ ਤਾਂ ਬਹੁਤ ਵੱਡੀ ਚਰਚਾ ਕੀਤੀ ਸੀ। ਨਾਟਕ ਅਤੇ ਰੇਖਾ ਚਿੱਤਰ, ਇਹ ਵੀ ਆਪਾਂ ਬਲਵੰਤ ਗਾਰਗੀ ਵਿੱਚ ਕੀਤਾ ਸੀ ਕਿ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਅਤੇ ਨਾਟਕ ਵੀ ਲਿਖੇ ਆ। ਵੈਸੇ ਤਾਂ ਅੰਮ੍ਰਿਤਾ ਪ੍ਰੀਤਮ ਨੇ ਨਾਟਕ ਨਹੀਂ ਲਿਖੇ, ਇਹਨਾਂ ਨੇ ਰੇਖਾ ਚਿੱਤਰ ਨਹੀਂ ਲਿਖੇ, ਮਤਲਬ ਬਲਵੰਤ ਗਾਰਗੀ ਬਿਲਕੁਲ ਠੀਕ ਹੋਵੇਗਾ। ਸੁਹਾਗ ਦਾ ਸਮਾਂ 1913-14। ਕੋਟ ਅਤੇ ਮਨੁੱਖ, ਦੇਖੋ ਮੈਂ ਬੜਾ ਜਲਦੀ ਵਿੱਚ ਨਾ ਦੱਸ ਗਿਆ ਹਾਂ। 86। ਸੁਹਾਗ ਇਕਾਂਗੀ ਲਿਖਿਆ 1913। ਕੋਟ ਅਤੇ ਮਨੁੱਖ ਕਹਾਣੀ ਦਾ ਰਚੇਤਾ ਹੈ। ਕੋਟ ਅਤੇ ਮਨੁੱਖ 87 ਨੰਬਰ ਜਿਹੜੀ ਕਹਾਣੀ ਹੈ ਇਹ ਹੈ ਡੀ ਨਵਤੇਜ ਸਿੰਘ ਦੀ ਕਹਾਣੀ ਆ। ਅੱਗੇ ਹੈ ਨਾਰੀ ਦੀ ਕਰੁਣਾਮਈ ਵੇਦਨਾ ਨੂੰ ਕਿਸ ਇਸਤਰੀ ਲੇਖਕਾਂ ਨੇ ਪੇਸ਼ ਕੀਤਾ ਹੈ। ਅੰਮ੍ਰਿਤਾ ਪ੍ਰੀਤਮ ਨੇ ਵੈਨ ਪਾਏ, ਠੀਕ ਹੈ, ਕਰੁਣਾਮਈ। ਅੱਗੇ ਹੈ ਗਲੀਏ ਚੱਕੜ ਦੂਰ ਘਰ ਸਵੈ ਜੀਵਨੀ। ਇਹ ਦੇਖੋ ਆਪਾਂ ਇੱਕ ਸਵੈ ਜੀਵਨੀ 'ਚ ਜ਼ਿਕਰ ਕੀਤਾ ਸੀ ਇਹਨਾਂ ਦੀ, ਤੁਹਾਨੂੰ ਸਵੈ ਜੀਵਨੀ ਹੀ ਪੜ੍ਹ ਕੇ ਦੱਸੀ ਸੀ ਮੈਂ ਤੁਹਾਨੂੰ, ਠੀਕ ਹੈ, ਕਿ ਵੰਡ ਵੇਲੇ ਤੋਂ ਲੈ ਕੇ ਅਤੇ 1900 ਮੇਰੇ ਹਿਸਾਬ ਨਾਲ 56-57 ਦੇ ਲਗਭਗ ਇਹਨਾਂ ਨੇ ਜ਼ਿਕਰ ਕੀਤਾ ਸੀ ਆਪਣਾ ਇੱਕ ਸਵੈ ਜੀਵਨੀ ਦੇ ਵਿੱਚ, ਕਿ ਕਿਵੇਂ ਇਹ ਇਹਨਾਂ ਦਾ ਪਰਿਵਾਰ ਸੀ ਜਿਹੜਾ ਆਇਆ ਸੀ ਇੱਧਰ। ਤੁਹਾਨੂੰ ਇਹ ਵੀ ਕਿਹਾ ਸੀ ਕਿ ਜ਼ਰੂਰ ਪੜ੍ਹਨਾ, 12 ਕੁ ਸਾਲ ਦਾ ਸਮਾਂ ਬਣਦਾ ਇਹਨਾਂ ਦੀ ਸਵੈ ਜੀਵਨੀ ਦਾ, ਠੀਕ ਹੈ। ਜੀਤਾਂ ਦੇ ਨਾਮ, ਜੀਤਾਂ ਦੇ ਨਾਮ ਜਿਹੜਾ ਇਹ ਹੈਗਾ ਸਵਾਲ ਨੰਬਰ ਆਪਣਾ 90 ਨੰਬਰ। ਜੀਤਾਂ ਦੇ ਨਾਮ ਗੁਰਬਖਸ਼ ਸਿੰਘ। ਇਹਨਾਂ ਦਾ ਮਤਲਬ ਜਿਹੜੀਆਂ ਚਿੱਠੀਆਂ ਵਗੈਰਾ ਹੈਗੀਆਂ ਉਹਨਾਂ ਦੇ ਵਿੱਚ ਇਹ ਚੀਜ਼ ਦਾ ਜ਼ਿਕਰ ਆਉਂਦਾ, ਜੀਤਾਂ ਦੇ ਨਾਮ, ਠੀਕ ਹੈ। 90 ਨੰਬਰ ਦਾ ਇਹ। 91 ਨੰਬਰ ਹੈ ਸਹੀ ਜੁੱਟ। ਮਤਲਬ ਮੈਨੂੰ 140 ਦੇ ਕਰੀਬ ਨੰਬਰ ਆਉਂਦੇ ਜੇ ਮੈਂ ਇਹ ਪੇਪਰ ਕਰਦਾ, ਮਤਲਬ ਘੱਟ ਸਕਦੇ ਸੀ 2-4, 140 ਤੋਂ ਵਧਣੇ ਨਹੀਂ ਸੀ। 91 ਨੰਬਰ ਸਵਾਲ ਦੇਖੋ ਆਪਣਾ। 91 ਦਾ ਬੀ ਪਰਛਾਵੇਂ। ਵੈਸੇ ਕਿਸੇ ਦੀ ਵੀ ਰਚਨਾ ਨਹੀਂ ਮਿਲਦੀ ਪਰਛਾਵੇਂ, ਪਰ ਬਾਕੀ ਬੜੇ ਪੁਰਾਣੇ ਆ, ਠੀਕ ਹੈ। ਪਰਛਾਵੇਂ ਵਰਿਆਮ ਸਿੰਘ ਸੰਧੂ ਆ, ਇਹਨਾਂ ਦਾ ਹੀ ਆ। ਵਰਿਆਮ ਸਿੰਘ ਸੰਧੂ ਦੀ ਇੱਕ ਕਿਤਾਬ ਆਪਾਂ ਤੁਹਾਡੇ ਨਾਲ ਚਰਚਾ ਕੀਤੀ ਸੀ, ਉਹਦੇ ਵਿੱਚ ਪਰਛਾਵੇਂ ਦਾ ਜ਼ਿਕਰ ਸੀ, ਸ਼ਾਇਦ ਕਿਤਾਬ ਸੀ ਲੋਹੇ ਦੇ ਹੱਥ। 92 ਨੰਬਰ ਦੇਖੋ ਸਹੀ ਜੁੱਟ। ਇਹਦੇ ਵਿੱਚ ਬਚਿੱਤ ਕੌਰ ਦੀ ਆ ਸਵੈ ਜੀਵਨੀ ਪਗਡੰਡੀਆਂ। ਕਵਿਤਾ ਦੀ ਪੰਕਤੀ ਦੇ ਖਾਲੀ ਸਥਾਨ ਵਿੱਚ ਕਿਹੜਾ ਸ਼ਬਦ ਆਵੇਗਾ? ਇਹ ਨਹੀਂ ਪਤਾ ਵੀ ਕੀ ਆਵੇਗਾ, ਠੀਕ ਹੈ। ਚੱਲੋ ਯਾਰ ਕੇ ਹੁਣ ਇਹ ਚੁਰਸਤਾ ਛੱਡੀਏ, ਮਤਲਬ ਹੋ ਸਕਦਾ ਕਿ ਕਿਸੇ ਇੱਕ ਰਾਹ ਪਈ ਹੈ, ਠੀਕ ਹੈ, ਅਤੇ ਸ਼ਾਇਰ ਵੀ ਹੋ ਸਕਦਾ, ਮਤਲਬ ਇਸ ਨਹੀਂ ਮੈਨੂੰ ਧਿਆਨ 'ਚ, ਠੀਕ ਹੈ। ਗਲਪ ਸਾਹਿਤ ਦੀ ਪ੍ਰਸਿੱਧ ਜੁਗਤ ਨਾਟਕੀਅਤਾ, ਮਤਲਬ ਜਿਹੜਾ ਨਾਟਕੀਅਤਾ ਆ ਜਾਂਦੀ ਹੈ, ਕਿ ਇਹਦਾ ਮੋੜ ਆ ਜਾਂਦਾ ਵੱਖਰਾ ਜਿਹਾ ਲਿਆ ਦਿੰਦਾ, ਠੀਕ ਹੈ, ਲੇਖਕ ਉਸ ਚੀਜ਼ ਦੇ ਵਿੱਚ,
ਇਹ ਜੁਗਤ ਵਰਤੀ ਜਾਂਦੀ ਹੈ ਕਿਸੇ ਕਹਾਣੀ ਨੂੰ, ਕਿਸੇ ਰਚਨਾ ਨੂੰ ਮੋੜ ਦੇਣ ਦੇ ਲਈ। ਅੱਗੇ ਹੈ ਪ੍ਰਗਤੀਵਾਦੀ ਧਾਰਾ ਦੇ ਨਾਲ ਸੰਬੰਧਿਤ ਬਲਵੰਤ ਗਾਰਗੀ। ਇਹ ਤਾਂ ਨਰੋਲ ਹੀ ਪ੍ਰਗਤੀਵਾਦੀ ਆ, ਠੀਕ ਹੈ, ਬੰਦਰਗਾਹ ਤੋਂ ਹੀ ਸ਼ੁਰੂ ਹੋ ਜਾਂਦਾ ਇਹਨਾਂ ਦਾ। ਬਾਕੀ ਤਾਂ ਸੁਰਜੀਤ ਪਾਤਰ ਨੂੰ ਤਾਂ ਅੱਗੇ ਯਥਾਰਥਵਾਦੀ ਵਿੱਚ ਹੀ ਰੱਖ ਦਿੱਤਾ ਸੀ, ਅਤੇ ਭਾਈ ਵੀਰ ਸਿੰਘ ਤੁਸੀਂ ਜਾਣਦੇ ਹੀ ਹੋ। 88 ਤੋਂ ਕਰ ਦਿੱਤਾ ਇਹਨਾਂ ਨੇ, 1 ਸਾਲ ਵਧਾ ਦਿੱਤਾ। ਪ੍ਰੋਫੈਸਰ ਪੂਰਨ ਸਿੰਘ ਆ, ਠੀਕ ਹੈ, ਇਸ ਸਮੇਂ ਦੇ ਨਾਲ ਸੰਬੰਧਿਤ। ਪੂਰਨ ਸਿੰਘ ਦਾ ਸਮਾਂ ਲਾਸਟ ਵੀਡੀਓ ਵਿੱਚ ਆਪਾਂ ਕੀਤਾ ਸੀ ਕਿ ਯਾਦ ਰੱਖੋ, ਮੋਹਨ ਸਿੰਘ ਦਾ ਕੀਤਾ ਸੀ ਅਤੇ ਪ੍ਰੋਫੈਸਰ ਪੂਰਨ ਸਿੰਘ ਦਾ ਕੀਤਾ ਸੀ ਕਿ ਇਹਨਾਂ ਦਾ ਜ਼ਰੂਰ ਆਵੇਗਾ, ਕਿਉਂਕਿ ਮੇਲਾ ਲੱਗਦਾ ਮੋਹਨ ਸਿੰਘ ਦੀ ਯਾਦ ਵਿੱਚ ਅਤੇ ਪੁੱਛਣਾ ਬਣਦਾ ਵੀ ਹੈ। ਅੱਗੇ ਹੈ ਕਿਸ ਦੀ ਕਵਿਤਾ ਦਾ ਆਰੰਭ ਕਿੱਸਿਆਂ ਤੋਂ ਹੋਇਆ? ਧਨੀ ਰਾਮ ਚਾਤਰਿਕ ਨੇ ਕੀਤੀ ਆ, ਬਿਲਕੁਲ ਠੀਕ ਗਿਆ ਹੋਵੇਗਾ। ਜੁਗਨੂ ਦੀਵਾ ਅਤੇ ਦਰਿਆ, ਇਹ ਵੀ ਆਪਾਂ ਕੀਤੇ ਪ੍ਰਸ਼ਨ ਸਾਰੇ ਹੀ, ਠੀਕ ਹੈ। ਜਗਤਾਰ, ਧਨੀ ਰਾਮ ਚਾਤਰਿਕ, ਕੋਈ ਮਤਲਬ ਮੈਨੂੰ ਨਹੀਂ ਲੱਗਦਾ ਇਹਨਾਂ 'ਚ ਗਲਤ ਕੀਤਾ ਹੋਵੇਗਾ ਵਿਦਿਆਰਥੀਆਂ ਨੇ। ਹੁਸਨ ਇਸ਼ਕ ਦੀਆਂ ਗੱਲਾਂ ਨੂੰ ਵਿਹਲੇ ਸਮੇਂ ਦੀਆਂ ਗੱਲਾਂ ਕਿਸ ਨੇ ਕਿਹਾ ਹੈ? ਇਹ ਮੋਹਨ ਸਿੰਘ, ਮਤਲਬ ਸ਼ਾਇਦ ਮੋਹਨ ਸਿੰਘ ਨੇ ਕਿਹਾ। ਮੋਹਨ ਸਿੰਘ ਦੀ ਸਤਰ ਆਉਂਦੀ ਹੀ ਆਉਂਦੀ ਹਰ ਵਾਰ, ਇੱਕ ਮਤਲਬ ਪੂਰੀ ਵੀ ਨਹੀਂ ਹੁੰਦੀ, ਠੀਕ ਹੈ। ਅਤੇ ਇਸ ਵਾਰ ਵੀ, ਕਿਉਂਕਿ ਚਲੋ ਮੈਂ ਇਹ ਨਹੀਂ ਦੱਸਾਂਗਾ ਕਿਉਂ ਮੈਨੂੰ ਇਹ ਲੱਗ ਰਿਹਾ, ਕਿਉਂਕਿ ਆਨਸਰ ਕੀ ਤੁਹਾਨੂੰ ਮਿਲ ਹੀ ਜਾਣੀ ਬਾਅਦ ਦੇ ਵਿੱਚ। ਇੱਕ ਜਿਹੜਾ ਵਿਦਿਆਰਥੀਆਂ ਨੂੰ ਹੋਣਾ ਕਿ ਆਪਾਂ ਇਹਨਾਂ ਸਮਾਚਾਰ ਇਕੱਠੇ ਰਹੇ ਹਾਂ ਅਤੇ ਆਪਾਂ ਨੂੰ ਚਰਚਾ ਕਰਨੀ ਬਣਦੀ ਹੈ। ਬਾਬਾ ਬਲਵੰਤ ਦੀ ਊਸ਼ਾ ਕਵਿਤਾ ਬੰਦਰਗਾਹ ਦੇ ਵਿੱਚ ਇਹਨਾਂ ਦੀ ਕਵਿਤਾ ਊਸ਼ਾ। ਮਿੱਠੇ ਮੇਵੇ ਆ ਜਿਹੜਾ 101 ਨੰਬਰ ਸਵਾਲ ਵਿਧਾਤਾ ਸਿੰਘ ਧੀਰ ਦਾ, ਠੀਕ ਹੈ। ਮਿੱਠੇ ਮੇਵੇ ਇਹਨਾਂ ਨੇ ਬੱਚਿਆਂ ਦੇ ਲਈ ਲਿਖਿਆ ਸੀ ਇਹ ਵਾਲਾ। ਅੱਗੇ ਆ ਕਿਹੜਾ ਕਵੀ ਕਵਿਤਾ ਦੇ ਨਾਲ ਮਨੋਵਿਗਿਆਨਕ ਖੇਤਰ, ਇਹ ਤੁਹਾਨੂੰ ਕਿਹਾ ਸੀ ਕਿ ਯਾਦ ਰੱਖਣਾ, ਮਨੋਵਿਗਿਆਨਕ ਹੈ ਅਤੇ ਡਾਕਟਰ ਰਿਹਾ, ਠੀਕ ਆ, ਜਸਵੰਤ ਸਿੰਘ ਨੇਕੀ। ਇਹਨਾਂ ਉੱਪਰ ਇੱਕ ਵੀਡੀਓ ਬਣਾਈ ਸੀ ਆਪਾਂ। ਪੰਜਾਬੀ ਬਾਤਚੀਤ, ਇਹ ਵੀ ਆਪਾਂ ਆਖਰੀ ਵੀਡੀਓ ਵਿੱਚ ਚਰਚਾ ਕੀਤੀ ਸੀ ਕਿ ਧਿਆਨ ਨਾਲ ਕਰ ਲੈਣਾ, ਸ਼ਰਧਾ ਰਾਮ ਫਿਲੌਰੀ। ਚੰਚਲ ਦਾ ਜਿਹੜਾ ਹੁੰਦਾ ਚਾਤਰ ਹੁੰਦਾ, ਠੀਕ ਹੈ। ਵੈਸੇ ਹੁਸ਼ਿਆਰ ਵੀ ਵਿੱਚ ਹੀ ਆ ਗਿਆ, ਸਿਆਣਾ ਵੀ ਆ ਗਿਆ, ਅਸ਼ੋਕ, ਸਾਰੇ ਇੱਕੋ ਜਿਹੇ ਦੇਤੇ। ਹੁਣ ਉਹ ਕਰੇਗਾ 35-82 ਪੇਪਰ ਦੀ ਤਰ੍ਹਾਂ ਮੰਗ ਤਾਂਗ, ਚਾਤਰ ਹੀ ਹੋਣਾ ਚਾਹੀਦਾ ਇਸ ਦਾ, ਨਹੀਂ ਬਾਕੀ ਗਲਤ ਹੀ ਮੰਨੇ ਜਾਣੇ ਚਾਹੀਦੇ ਆ। ਸ਼ਬਦਾਂ ਦੇ ਅੰਤ ਜਾਂ ਵਿਚਾਲੇ ਆਉਂਦੀ ਹੈ ਬਲ ਆਉਂਦਾ, ਠੀਕ ਹੈ। ਜਿਹੜਾ ਆਪਾਂ ਹਾਹੇ ਦਾ ਹਲੰਤ ਵਗੈਰਾ ਪਾਉਣੇ ਆ ਤਾਂ ਦਬਾਅ ਵੀ ਆਉਂਦਾ ਅਤੇ ਬਲ ਵੀ ਆਉਂਦਾ। ਅਤੇ ਬਲ, ਦਬਾਅ ਮਤਲਬ ਸ਼ਬਦਾਂ ਦੇ ਵਿਚਕਾਰ ਹੀ ਆਉਂਦਾ ਜਾਂ ਆਖਰ 'ਤੇ ਆਉਂਦਾ, ਦਬਾਅ ਦੇ ਨਾਲ ਜਿਹੜੇ ਹੁੰਦੇ ਆ, ਠੀਕ ਹੈ। ਅਤੇ ਬਲ ਤਾਂ ਸ਼ੁਰੂ ਤੋਂ ਵੀ ਸ਼ੁਰੂ ਹੋ ਜਾਂਦਾ, ਪਰ ਬਲ ਹੀ ਹੈ ਮੇਰੇ ਹਿਸਾਬ ਨਾਲ, ਬਲ ਹੀ ਠੀਕ ਜਾਵੇਗਾ। ਉੱਚੀ ਸੁਰ ਤਾਂ ਆਖਰ ਵਿੱਚ ਵੀ ਆ ਸਕਦੀ ਹੈ, ਠੀਕ ਹੈ, ਸ਼ੁਰੂ ਵਿੱਚ ਵੀ ਆ ਸਕਦੀ ਹੈ। ਸਿਹਾਰੀ ਨਾਲ ਲਿਖਿਆ ਅੱਖਰ ਕੋਈ ਆ ਸਕਦਾ, ਇਸਤਰੀ ਵਗੈਰਾ ਜਾਂ ਕੋਈ ਹੋਰ, ਅਤੇ ਬਲ ਵਾਲਾ ਠੀਕ ਹੈ। ਪੁਰਸਲਾਤ ਅਤੇ ਅਨ ਹੱਕ ਦੇ ਕਿਹੜੀ ਕਾਵਧਾਰਾ ਨਾਲ ਸੰਬੰਧਿਤ ਹੈ? ਇਹ ਆਪਾਂ ਕਰਦੇ ਹੀ ਹਾਂ, ਬੁੱਲੇ ਸ਼ਾਹ ਦੇ ਨਾਲ ਸੰਬੰਧਿਤ ਸੂਫੀ ਕਾਵਧਾਰਾ ਦੇ ਨਾਲ। ਕੱਕਾ ਅਤੇ ਖੱਖਾ ਦੇ ਵਿੱਚ ਇਹ ਕਲਪ ਪ੍ਰਾਣ ਅਤੇ ਮਹਾਂਪ੍ਰਾਣ, ਪ੍ਰਾਣਤਾ ਦਾ ਜਿਹੜਾ ਫਰਕ ਹੈ ਇਹਨਾਂ ਦੇ ਵਿੱਚ। ਦੀਪੋ, ਇਹ ਆਪਾਂ ਕੀਤਾ ਸੀ ਜਦੋਂ ਬਲਵੰਤ ਗਾਰਗੀ ਦੀ ਵੀਡੀਓ ਬਣਾਈ ਸੀ, ਠੀਕ ਹੈ। ਸੰਤੀ ਅਤੇ ਬੈਣੂ ਆਪਾਂ ਕੀਤੇ ਸੀ ਲੋਹਾ ਕੁੱਟਦੇ, ਅਤੇ ਦੀਪੋ ਜਿਹੜੀ ਹੈਗੀ ਆ ਪੱਤਣ ਦੀ ਬੇੜੀ ਵਿੱਚ ਆ ਜਿਹੜੀ ਦੀਪੋ। ਅਤੀਤ ਦੇ ਪਰਛਾਵੇਂ 1967, 109 ਨੰਬਰ ਆ ਸਵਾਲ ਆਪਣਾ। ਸੀ ਇਸ ਦਾ ਉੱਤਰ ਆ ਜਾਏਗਾ। ਪਹਿਲੀ ਵਾਰ ਕਦੋਂ ਛਪਿਆ? 1967 ਵਿੱਚ ਛਪਿਆ ਸੀ ਇਹ। TR ਵਿਨੋਦ ਦੇ ਲਿਖੇ ਖੋਜ ਪੱਤਰਾਂ ਦੀ ਕਿਤਾਬ ਆਧੁਨਿਕ ਪੰਜਾਬੀ ਸੱਭਿਆਚਾਰ ਕਿਸ ਨੇ ਸੰਪਾਦਿਤ ਕੀਤੀ? 110 ਨੰਬਰ ਸਵਾਲ ਆ ਜਿਹੜਾ, ਦੇਖੋ ਅੰਦਾਜ਼ੇ ਨਾਲ ਦੱਸ ਰਿਹਾ। ਹਰਭਜਨ ਸਿੰਘ ਭਾਟੀਆ ਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪ੍ਰਕਾਸ਼ਿਤ ਕਰਵਾਈਆਂ, ਪਰ ਉਸ ਦੇ ਵਿੱਚ ਇਹ ਨਾਮ ਨਹੀਂ, ਪਰ ਬਾਕੀਆਂ ਨੇ ਪ੍ਰਕਾਸ਼ਿਤ ਨਹੀਂ ਕਰਵਾਈਆਂ, ਇਹੀ ਪ੍ਰਕਾਸ਼ਿਤ ਕਰਵਾ ਰਹੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ, ਠੀਕ ਹੈ। ਇਹ ਵੀ ਮੈਨੂੰ ਹੁਣ ਹੀ ਧਿਆਨ 'ਚ ਆਇਆ ਕਿ ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਸੰਪਾਦਕ ਕੀਤੀਆਂ, ਠੀਕ ਹੈ ਵੀ, ਮਤਲਬ ਉਹਨਾਂ ਦਾ ਸੰਪਾਦਨਾ ਕਰਦੇ ਆ ਭਾਟੀਆ। ਸੱਭਿਆਚਾਰ ਸਿਧਾਂਤ ਅਤੇ ਵਿਹਾਰ ਪੁਸਤਕ ਹੈ, ਇਹ ਪ੍ਰਸ਼ਨ ਨੰਬਰ ਹੈ ਆਪਣਾ, ਨਾਲ ਨਾਲ ਦੇਖੀ ਚਲੋ ਵੀ ਤੁਹਾਡੇ ਕੋਲ ਹੋਰ ਸੈੱਟ ਹੋ ਸਕਦਾ। 111 ਨੰਬਰ ਦਾ B, ਜੀਤ ਸਿੰਘ ਜੋਸ਼ੀ ਹੈ, ਸੱਭਿਆਚਾਰ ਸਿਧਾਂਤ ਅਤੇ ਵਿਹਾਰ। ਅੱਗੇ ਹੈ ਸਿਆਲਾਂ ਦੀਆਂ ਧੂਣੀਆਂ। ਇਹ ਮੇਰਾ ਪਿੰਡ ਜਿਹੜੀ ਕਿਤਾਬ ਆ, ਮੇਰਾ ਪਿੰਡ ਕਿਤਾਬ ਦੇ ਵਿੱਚ ਚਰਚਾ ਮਿਲਦੀ ਹੈ ਸਿਆਲ ਦੀਆਂ ਧੂਣੀਆਂ ਦੀ, ਠੀਕ ਹੈ। ਮਤਲਬ ਉਹਦੇ ਵਿੱਚ ਇਹ ਚੀਜ਼ ਮਿਲਦੀ ਹੈ, ਸਿਆਲ ਦੀਆਂ ਧੂਣੀਆਂ, ਗਿਆਨੀ ਗੁਰਦਿੱਤ ਸਿੰਘ। ਮੇਰਾ ਪਿੰਡ ਕਿਤਾਬ ਮੇਰੇ ਯਾਦ ਆ ਕਿ ਉਹਦੇ ਵਿੱਚ ਇਸ ਚੀਜ਼ ਦੀ ਚਰਚਾ ਆਉਂਦੀ ਆ। ਵੱਖਰੀ ਕਿਸੇ ਨੇ ਕੋਈ ਰਚਨਾ ਹੋਵੇ ਕਿਸੇ ਦੀ, ਫਿਰ ਆਪਾਂ ਕਹਿ ਨਹੀਂ ਸਕਦੇ, ਪਰ ਮੇਰੇ ਵੱਲੋਂ ਇਹ ਬਿਲਕੁਲ ਠੀਕ ਆ, ਗਿਆਨੀ ਗੁਰਦਿੱਤ ਸਿੰਘ।
ਦਲੀਪ ਕੌਰ ਟਿਵਾਣਾ ਦੀ ਕਿਤਾਬ ਜਿਨ ਪਛਾਤਾ ਸੱਚ ਕਿਸ ਨੇ ਛਾਪੀ, ਇਹ ਨਹੀਂ ਮੇਰੇ ਧਿਆਨ 'ਚ ਕਿਹਨੇ ਛਾਪੀ ਹੈ, ਨਾ ਹੀ ਮੈਨੂੰ ਇਹ ਪ੍ਰਸ਼ਨ ਕਿਤੇ ਮਿਲਣਾ ਹੈ ਅਤੇ ਨਾ ਹੀ ਮੈਂ ਦੇਖਿਆ ਇਸ ਨੂੰ। ਠੀਕ ਹੈ, ਅਤੇ ਪਰ ਜਿਹੜੀਆਂ ਇੱਕ ਮੇਰਾ ਅੰਦਾਜ਼ਾ ਹੁੰਦਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣਾ ਸਵਾਲ ਜ਼ਰੂਰ ਪਾਉਂਦੀ ਹੈ, ਇਸ ਕਰਕੇ ਮੈਂ ਕਹਿ ਰਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹੀ ਹੋਵੇਗਾ ਇਹ। ਅੱਗੇ ਹੈ ਪ੍ਰਦੇਸ਼ ਯਾਤਰਾ ਦਾ ਪ੍ਰਭਾਵ ਕਿਸ ਉੱਪਰ ਪਿਆ। ਪ੍ਰਦੇਸ਼ ਯਾਤਰਾ ਦਾ ਪ੍ਰਭਾਵ ਤਾਂ ਆਪਾਂ ਕਰਦੇ ਹਾਂ, ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ ਇੱਕ ਗੱਲ ਜੀ ਚੱਲੀ ਸੀ, ਗੁਰਬਖਸ਼ ਸਿੰਘ ਦੇ ਨਾਲ ਸੰਬੰਧਿਤ ਪਿਆਰ ਪ੍ਰੀਤ ਦੀਆਂ ਕਹਾਣੀਆਂ ਜਿਹੜੀਆਂ ਲੈ ਕੇ ਆਇਆ ਵਿਦੇਸ਼ੀ ਪ੍ਰਭਾਵ, ਇਸ਼ਕ ਮੁਸ਼ਕ। ਠੀਕ ਹੈ, ਅਤੇ ਮੁੜ ਕੇ ਫਿਰ ਇਹਨਾਂ ਦੀ ਪਰਿਵਾਰ ਦੇ ਨਾਲ ਸੰਬੰਧਿਤ ਗੱਲਾਂ ਜੋੜ ਕੇ ਕਈਆਂ ਨੇ ਪਾਈਆਂ ਹੋਈਆਂ ਸੀ, ਅਤੇ ਫਿਲਹਾਲ ਆਪਾਂ ਇਸ ਉੱਪਰ ਚਰਚਾ ਨਹੀਂ ਕਰਾਂਗੇ। ਗੁਰਬਖਸ਼ ਸਿੰਘ ਦੇ ਉੱਪਰ ਹੀ ਪ੍ਰਭਾਵ ਪਿਆ ਹੋਇਆ, ਜ਼ਿਆਦਾ ਨਹੀਂ, ਬਹੁਤ ਜ਼ਿਆਦਾ ਪ੍ਰਭਾਵ ਸੀ, ਅਤੇ ਉਸ ਤਰ੍ਹਾਂ ਦਾ ਆਪਣੇ ਸਮਾਜ ਦੇ ਵਿੱਚ ਨਿਰਮਾਣ ਕਰਨ ਦੀ ਇਹਨਾਂ ਦੀਆਂ ਕਾਫੀ ਰਚਨਾ ਮਿਲਦੀਆਂ। ਪ੍ਰੀਤ ਲੜੀ। ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਦੇ ਕੇਂਦਰ ਵਿੱਚ ਹੈ। ਮਨੋਵਿਗਿਆਨਕ ਕਹਾਣੀਆਂ ਲਿਖਦੇ ਆ ਸੰਤੋਖ ਸਿੰਘ ਧੀਰ। ਠੀਕ ਹੈ, ਕੋਈ ਨਾ ਕੋਈ ਮਤਲਬ ਜਿਵੇਂ ਸਾਂਝੀ ਕੰਧ ਦੇਖਦੇ ਆ ਜਾਂ ਕੋਈ ਹੋਰ ਦੇਖਦੇ ਆ, ਇੱਕ ਦੂਜੇ ਦੇ ਨਾਲ ਜਿਹੜਾ ਲਗਾਅ ਹੈ, ਠੀਕ ਹੈ, ਆਪਣੇ ਰਿਸ਼ਤੇ ਨਾਤਿਆਂ ਦਾ, ਉਹ ਹੈ। ਸ਼ਹਿਰ ਅਤੇ ਗ੍ਰਾਮ ਵੀ ਮਿਲਦਾ ਹੋ ਸਕਦਾ, ਉੱਥੋਂ ਸ਼ਹਿਰੀ ਲਗਾਇਆ ਹੋਇਆ ਵਿਦਿਆਰਥੀਆਂ ਨੇ, ਪਰ ਮੇਰੇ ਵੱਲੋਂ ਮਨੋਵਿਗਿਆਨਕ ਹੀ ਠੀਕ ਹੋਣਾ ਚਾਹੀਦਾ। ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਕਿਹੜਾ ਹੈ। ਚਲੋ ਸੌਖਾ ਹੀ ਆ ਗਿਆ, ਬੜਾ ਉਲਝਾ ਕੇ ਨਹੀਂ ਆਇਆ। ਨਾਵਲਾਂ ਨਾਲ ਸੰਬੰਧਿਤ ਮੌਲਿਕ ਉਸਨੇ ਸਪਸ਼ਟ ਲਿਖ ਦਿੱਤਾ, ਸੁੰਦਰੀ। ਅੱਗੇ ਹੈ ਕਿਸੇ ਰਚਨਾ ਵਿੱਚ ਮੰਗਲਾਚਰਨ ਦੀਆਂ ਪੌੜੀਆਂ। ਤੁਹਾਨੂੰ ਦੱਸਿਆ ਸੀ ਵੀ ਧਿਆਨ ਵਿੱਚ ਰੱਖਣਾ, ਆਰੰਭ ਵਿੱਚ ਹੁੰਦੀਆਂ ਮੰਗਲਾਚਰਨ। ਕਿਹੜੀ ਸ਼ਖਸੀਅਤ ਉੱਚ ਕੋਟੀ ਦੀਆਂ ਪ੍ਰਸ਼ਾਸਨੀ ਸੇਵਾਵਾਂ ਨਾਲ ਸੰਬੰਧਿਤ ਰਹੀ ਹੈ। ਮਹਿੰਦਰ ਸਿੰਘ ਰੰਧਾਵਾ ਰਹੇ ਆ ਬਈ, ਇਹਨਾਂ ਨੇ ਬਹੁਤ ਕੰਮ ਕੀਤਾ। 1947 ਦੀ ਵੰਡ ਨਾਲ ਜਿਹੜੀਆਂ ਲੜਕੀਆਂ ਲੁੜਕੀਆਂ ਉੱਧਰ ਰਹਿ ਗਈਆਂ ਸੀ ਵਿਚਾਰੀਆਂ। ਠੀਕ ਹੈ, ਅੱਗੇ ਹੈ 119 ਨੰਬਰ। ਕਿਸ ਕਹਾਣੀ ਦਾ ਇੱਕ ਤੁਹਾਨੂੰ ਆ ਬੇਨਤੀ ਹੈ, ਆਉਣ ਵਾਲੇ ਸਮੇਂ 'ਚ ਇੱਕ ਰਸਾਲਾ ਆਏਗਾ ਏਕਮ, ਉਹਦੇ ਵਿੱਚ ਮੇਰੀ ਕਹਾਣੀ ਜ਼ਰੂਰ ਪੜ੍ਹ ਲੈਣਾ। ਠੀਕ ਹੈ, ਬੇਨਤੀ ਕਰ ਰਿਹਾ ਤੁਹਾਨੂੰ ਭਰਾਵੋ, ਜੇ ਸਮਾਂ ਹੋਇਆ ਤਾਂ। 119 ਕਿਸ ਕਹਾਣੀ ਦਾ ਕੇਂਦਰੀ ਪਾਤਰ ਘੁਮਿਆਰ ਦੇ ਕਿੱਤੇ ਨਾਲ ਸੰਬੰਧਿਤ ਹੈ। ਮੈਨੂੰ ਟੈਗੋਰ ਬਣਾ ਦੇ। ਖੱਬਲ ਵਿੱਚ ਤਾਂ ਨਹੀਂ ਹੈਗਾ, ਸੂਲੀ ਉੱਤੇ ਲੜ ਕੇ, ਮੈਨੂੰ ਟੈਗੋਰ ਬਣਾ ਦੇ। ਠੀਕ ਹੈ, ਹਾਂ, ਘੁਮਿਆਰ। ਹੇਠ ਲਿਖਿਆਂ ਵਿੱਚੋਂ ਕਿਹੜੀ ਕਵਿਤਾ ਨਹੀਂ। ਇਹ ਤਾਂ ਸਾਰੀਆਂ ਕਵਿਤਾਵਾਂ ਹੀ ਆ। ਵਾਰਸ਼ਾ ਵੀ ਕਵਿਤਾ, ਇਹ ਮੇਰੇ ਹਿਸਾਬ ਨਾਲ ਬਾਸਮਤੀ ਦੀ ਮਹਿਕ ਆਪਾਂ ਕੀਤਾ ਸੀ। ਠੀਕ ਹੈ, ਨਵਤੇਜ ਕਹਾਣੀਆਂ ਉਹਨਾਂ ਦੀਆਂ। ਅੱਗੇ ਹੈ ਕਿਹੜਾ ਨਾਵਲ ਨਿਰੰਜਨ ਤਸਨੀਮ ਦਾ ਹੈ। ਇਹ ਹੈ, ਇਹਦੇ ਵਿੱਚ ਕੋਈ ਵੀ ਨਹੀਂ। ਠੀਕ ਆ, ਇਹ ਕਹਿ ਰਹੇ ਵਿਦਿਆਰਥੀ ਕੋਈ ਵੀ ਨਹੀਂ। ਸੜਕਾਂ 'ਤੇ ਕਮਰੇ ਹੋ ਸਕਦੇ ਆ। ਵੈਸੇ ਹੀ ਮੈਨੂੰ ਕੋਈ ਪੱਕਾ ਨਹੀਂ ਇਹਦਾ, ਮੈਂ 3 ਨਾਵਲ ਇਹਨਾਂ ਦੇ ਜਾਣਦਾ ਜਿਹੜੇ ਦੇਖੇ ਆ, ਪਰ ਹੋ ਸਕਦਾ ਸੜਕਾਂ 'ਤੇ ਕਮਰੇ। ਅੱਗੇ ਪਰ ਨਹੀਂ, ਮੇਰੇ ਹਿਸਾਬ ਨਾਲ ਸੜਕਾਂ 'ਤੇ ਕੈਮਰੇ ਇਹ ਸੁਖਬੀਰ ਦਾ ਨਾਵਲ ਹੈ। ਇਹਦੇ ਵਿੱਚ ਕੋਈ ਨਾਵਲ ਹੀ ਨਹੀਂ ਹੈਗਾ। ਇਹ ਅੰਮ੍ਰਿਤਾ ਪ੍ਰੀਤਮ ਆ, ਇਹ ਸੁਖਬੀਰ ਦਾ ਹੈ ਸੜਕਾਂ 'ਤੇ ਕੈਮਰੇ ਸ਼ਾਇਦ, ਮਤਲਬ ਇਹਦਾ ਕੋਈ ਨਹੀਂ, ਇਹਦਾ ਤੁਹਾਨੂੰ ਵੈਸੇ ਹੀ ਨੰਬਰ ਮਿਲੇਗਾ। ਅੱਗੇ ਕਿਸ ਲੇਖਕ ਨੂੰ ਗਿਆਨਪੀਠ ਅਵਾਰਡ ਮਿਲਿਆ। ਗੁਰਦਿਆਲ ਸਿੰਘ, ਯਾਦ ਆ ਤੁਹਾਡੇ। ਪੁੰਨਿਆਂ ਦਾ ਚਾਨਣ ਜਸਵੰਤ ਕੰਵਲ। ਪੁੰਨਿਆਂ ਦਾ ਚਾਨਣ ਇਹਨਾਂ ਦੀ ਸਵੈ ਜੀਵਨੀ ਆਪਾਂ ਕੀਤੀ ਸੀ ਸ਼ਾਇਦ, ਪੁੰਨਿਆਂ ਦਾ ਚਾਨਣ। ਅੱਗੇ ਘੜੇ ਨੂੰ ਹੱਥ ਲਾਇਆ, ਚਲੋ ਇਹ ਤਾਂ ਜਾਣਦੇ ਹੋ, ਟੱਬਰ ਧਿਆਇਆ। ਅੱਜ ਕੋਈ ਨਹੀਂ, ਅੱਜ ਸਾਰਿਆਂ ਦਾ ਹੀ ਗਲਾ ਸੁੱਕਿਆ ਹੋਇਆ। ਹੇਠ ਲਿਖਿਆਂ ਵਿੱਚੋਂ ਵਿਆਹ ਸਮੇਂ ਗਾਉਣ ਵਾਲਾ ਗੀਤ ਸੁਹਾਗ, ਇਹ ਵੀ ਜਾਣਦੇ ਹੋ ਤੁਸੀਂ। ਤਾਂ ਉੱਦਮ ਦਾ ਕੀ ਅਰਥ ਹੈ। ਕੋਸ਼ਿਸ਼ ਕਰਨਾ, ਉੱਦਮ ਕਰੀ ਜ਼ਰੂਰ, ਕੋਸ਼ਿਸ਼ ਕਰੀ ਜ਼ਰੂਰ, ਤੁਹਾਨੂੰ ਵੀ ਹਮੇਸ਼ਾ ਹੀ ਕਿਹਾ ਕਿ ਕੋਸ਼ਿਸ਼ ਕਰਦੇ ਰਹੋ। ਮਾਘੀ ਦਾ ਮੇਲਾ ਸ਼੍ਰੀ ਮੁਕਤਸਰ ਸਾਹਿਬ। ਚਰਖਮ ਦਾ ਸੰਬੰਧ ਹੈ ਚਰਖੇ ਨਾਲ। ਚਰਖਮ, ਚਰਮਖ, ਮਤਲਬ ਮੇਰੀ ਚਰਮਖ ਟੁੱਟ ਗਈ ਹੈ ਨਾ, ਮੈਂ ਸੁਣਿਆ ਨਾਮ ਇਸ ਦਾ, ਚਰਖੇ ਨਾਲ ਹੀ ਸੰਬੰਧਿਤ ਹੈ। ਠੀਕ ਹੈ, ਅੱਗੇ ਨਿੱਕੀ ਜਿਹੀ ਕੁੜੀ ਬੁਝਾਰਤ ਹੈ। ਪਿੱਪਲ ਪੱਤੀਆਂ, ਇਹ ਗਹਿਣੇ ਆਪਣੇ ਕੀਤੇ ਹੋਏ ਸਾਰੇ ਹੀ। ਕੰਨਾਂ ਨਾਲ ਸੰਬੰਧਿਤ, ਮਤਲਬ ਸੌਖਾ ਹੀ ਪੁੱਛ ਲਿਆ, ਮੈਨੂੰ ਇਹ ਸੀ ਕਿ ਔਖਾ ਗਹਿਣਾ ਪੁੱਛੇਗਾ। ਇਸ਼ਰਾ ਨਾਮ ਦਾ ਪਾਤਰ ਪੂਰਨ ਭਗਤ ਵਿੱਚ ਹੀ ਆਉਂਦਾ ਵੀ। ਠੀਕ ਹੈ, ਪੀਚੋ ਬੱਕਰੀ, ਇਹ ਤਾਂ ਖੇਡ ਹੀ ਆ। ਪੀਚੋ ਖੇਡਦੇ ਆ, ਉਸੇ ਨੂੰ ਥੋੜ੍ਹਾ ਜਿਹਾ ਬਦਲ ਕੇ ਪੀਚੋ ਬੱਕਰੀ ਦੇ ਸਿਰ ਨਾਲ ਖੇਡ ਲੈਂਦੇ ਆ। ਆਹ ਗੀਤ ਤਾਂ ਤੁਸੀਂ ਸੁਣਿਆ ਹੀ ਹੋਣਾ। ਬੋਲੀਆਂ, ਸਿਰ ਗੁੰਦ ਲੈ ਕਪੱਤੀਏ, ਨੈਣੇ ਨੀ ਉੱਤੇ ਪਾ ਦੇ ਡਾਕ ਬੰਗਲਾ।
ਕਿਹੜੇ ਲੋਕ ਸਾਜ਼ਾਂ ਦਾ ਸਹੀ ਜੁੱਟ ਹੈ? ਲੋਕ ਸਾਜ਼ਾਂ ਦੇ ਵਿੱਚ ਆ ਜਾਂਦੇ ਆ ਢੋਲਕ ਅਤੇ ਕਾਟੋ। ਢੋਲਕ ਵੀ ਮੇਰੇ ਹਿਸਾਬ ਨਾਲ ਪੁਰਾਣਾ ਹੀ ਹੈ ਅਤੇ ਕਾਟੋ ਵੀ। ਉਠਾਲਾ ਰਸਮ ਹੁੰਦੀ ਹੈ, ਇਹ ਹੁੰਦੀ ਆ ਮੌਤ ਨਾਲ ਸੰਬੰਧਿਤ ਹੈ, ਠੀਕ ਹੈ। ਮਤਲਬ ਕੋਈ ਸੱਥਰ ਵਗੈਰਾ 'ਤੇ ਬੈਠੀਆਂ ਬੀਬੀਆਂ, ਜਦੋਂ ਉਹਨਾਂ ਨੂੰ ਕਿਹਾ ਜਾਂਦਾ ਚਲੋ ਭਾਈ ਉੱਠੋ ਫਿਰ ਹੁਣ ਕਰੋ ਆਪਦਾ, ਚੁੱਲ੍ਹੇ ਅੱਗ ਪਾਓ, ਠੀਕ ਹੈ। ਤਿਲ ਚੌਲੀ ਦੇ ਵਿੱਚ 15 ਕਹਾਣੀਆਂ। ਗਦੌੜਾ ਫੇਰਨਾ, ਇਹ ਟਿਕਟੋਕ 'ਤੇ ਕੁਝ ਕੁ ਵੀਡੀਓ 'ਚੋਂ ਬੇਬੇ ਤੋਂ ਸੁਣਿਆ ਸੀਗਾ, ਉਹ ਪਤਾ ਨਹੀਂ ਮਰਨ ਨਾਲ ਸੰਬੰਧਿਤ ਹੈ ਪਰ ਜਨਮ ਨਾਲ ਸੰਬੰਧਿਤ ਹੈ, ਠੀਕ ਹੈ। ਜ਼ਿਆਦਾਤਰ ਪੁਰਾਣੇ ਬਜ਼ੁਰਗ ਆ ਜਿਹੜੇ ਜਨਮ ਨਾਲ ਸੰਬੰਧਿਤ ਹੀ ਕਹਿ ਰਹੇ ਆ ਕਿ ਆਮ ਹੀ ਇਹ ਚੀਜ਼ ਜਿਹੜੀ ਬੋਲੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿੱਚ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਕਿਹਾ ਹੈ। ਜਪਜੀ ਦਾ ਜਿਹੜਾ ਸਲੋਕ ਹੈ, ਇਸਤਰੀ ਲਈ ਵਾਗਣੇ ਜਾਣਦੇ ਹੋ, ਇਹ ਵੀ ਆਪਾਂ ਪ੍ਰਸ਼ਨ ਕੀਤੇ ਹੋਏ ਸਾਰੇ। ਗੋਰਖਨਾਥ ਸੁਵੀ ਮੱਤ ਦੇ ਸਰੋਤ ਗ੍ਰੰਥ ਹਨ, ਕੁਰਾਨ ਅਤੇ ਹਦੀਸਾਂ, ਠੀਕ ਹੈ। ਬਾਕੀ ਤਾਂ ਕੋਈ ਵੀ ਸੂਫੀ ਮੱਤ ਨਾਲ ਸੰਬੰਧਿਤ ਨਹੀਂ ਹੈਗਾ। ਕਿਹੜੀ ਪੰਜਾਬੀ ਇਸਤਰੀ ਲੇਖਿਕਾ ਫਾਲਤੂ ਔਰਤ ਦਾ ਬਿੰਬ ਉਭਾਰਦੀ ਹੈ? ਅਜੀਤ ਕੌਰ। ਮਤਲਬ ਪੇਪਰ ਵਿੱਚ ਕੁਝ ਕੁ ਸਵਾਲ ਔਖੇ ਵੀ ਆ, ਉਹ ਜ਼ਿਆਦਾ ਹੀ ਔਖੇ ਆ। ਕਿਸ ਸੂਫੀ ਸ਼ਾਇਰ ਨੇ ਹੀਰ ਰਾਂਝੇ ਦੀ ਪ੍ਰੇਮ ਕਥਾ ਨੂੰ ਪਹਿਲੀ ਵਾਰ ਅਧਿਆਤਮਿਕ ਅਰਥਾਂ ਵਿੱਚ ਲਿਆ? ਬੁੱਲੇ ਸ਼ਾਹ, ਆਪੇ ਰਾਂਝਾ ਹੋਈ ਵਾਲਾ, ਹੈ ਨਾ। ਵੈਸੇ ਹਾਸ਼ਮ ਦਾ ਮੇਰੇ ਧਿਆਨ 'ਚ ਹੈ ਵੀ, ਇਹ ਵੀ ਇੱਕ ਮੈਂ ਲੱਗਦਾ ਕਾਫੀ ਪੜ੍ਹੀ ਹੈ ਇਸ ਤਰ੍ਹਾਂ ਦੀ, ਪਰ ਬੁੱਲੇ ਸ਼ਾਹ ਨਹੀਂ ਮੰਨਦੇ ਆ। ਇੱਥੋਂ ਹੀ ਸ਼ੁਰੂ ਹੁੰਦਾ ਕਿ ਹੀਰ ਰਾਂਝੇ ਨੂੰ ਫਿਰ ਵਰਤਿਆ ਇਹਨਾਂ ਨੇ, ਠੀਕ ਹੈ। ਬਾਬਾ ਫਰੀਦ ਜੀ ਤਾਂ ਬਹੁਤ ਪਹਿਲਾਂ ਆਏ ਅਤੇ ਗੁਲਾਮ ਫਰੀਦ ਤਾਂ ਚਲੋ ਬਾਅਦ ਦੇ, ਫਿਰ ਇਸ ਤੋਂ ਪਹਿਲਾਂ ਤਾਂ ਬੁੱਲੇ ਸ਼ਾਹ ਨੇ ਵਰਤ ਲਿਆ। ਅੱਗੇ ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਬਣ ਗਈ ਨਿੱਕੀ ਕਹਾਣੀ ਆਧੁਨਿਕ ਸਮੇਂ, ਠੀਕ ਹੈ। ਇੰਨਾ ਸਮਾਂ ਹੀ ਹੈ ਨਹੀਂ ਲੋਕਾਂ ਕੋਲ। ਕਿਹੜਾ ਕਹਾਣੀਕਾਰ ਪ੍ਰਗਤੀਵਾਦੀ ਵਿਚਾਰਧਾਰਾ ਦੀ ਪੇਸ਼ਕਾਰੀ ਬਾਰੇ ਜਾਣਿਆ ਜਾਂਦਾ ਹੈ? ਪ੍ਰਗਤੀਵਾਦੀ ਸੁਜਾਨ ਸਿੰਘ। ਮਾਰਕਸਵਾਦੀ ਤੋਂ ਅਗਲਾ ਪੜਾਅ ਜਿਹੜਾ ਫਿਰ ਪ੍ਰਗਤੀਵਾਦੀ, ਠੀਕ ਹੈ, ਸੁਜਾਨ ਸਿੰਘ। ਹੋਰ ਵੀ ਕੋਈ ਹੋ ਸਕਦਾ ਪਰ ਸੁਜਾਨ ਸਿੰਘ ਮੇਰੇ ਹਿਸਾਬ ਨਾਲ ਬਿਲਕੁਲ ਠੀਕ ਹੈ। ਕਲਿੰਗਾਂ ਦੇ ਯੁੱਧ ਦਾ ਜਿਹੜਾ ਇਹ ਤਸਾਲੀ ਦੀ ਹੰਸੋ ਦੇ ਵਿੱਚ ਕਲਿੰਗਾਂ ਦੇ ਯੁੱਧ ਦਾ ਬਿਰਤਾਂਤ। ਸਰਸਵਤੀ ਅਵਾਰਡ ਤੁਸੀਂ ਜਾਣਦੇ ਹੋ, ਸਰਸਵਤੀ ਅਵਾਰਡ ਆ ਜਿਹੜਾ 146 ਨੰਬਰ, ਇਹ ਮਿਲਿਆ ਸੀ ਨੂੰ, ਠੀਕ ਹੈ, ਹਰਭਜਨ ਸਿੰਘ ਨੂੰ ਅਵਾਰਡ। ਇਹ ਤਾਂ ਮੈਂ ਸਵੇਰੇ ਵੀ 2-3 ਅਵਾਰਡ ਕੁਝ ਵਿਦਿਆਰਥੀਆਂ ਨੂੰ ਭੇਜੇ ਸੀ, ਮੇਰੇ ਹਿਸਾਬ ਨਾਲ ਇਹ ਆਪਾਂ ਕੀਤੇ ਹੋਏ ਪ੍ਰਸ਼ਨ ਸਾਰੇ ਹੀ ਸਰਸਵਤੀ ਅਵਾਰਡ ਦੇ। ਭਗਤੀ ਸਾਹਿਤ ਦਾ ਆਧਾਰ, ਇਹ ਵੀ ਆਪਾਂ ਕੀਤੇ ਪ੍ਰਸ਼ਨ ਭਗਤੀ ਸਾਹਿਤ ਵਾਲੇ, ਠੀਕ ਹੈ। ਰਹੱਸਵਾਦ। ਹਰਨਾਕਸ਼ ਨਰ ਹੋਲਿਕਾ, ਇਹ ਵੀ 10ਵੀਂ ਦੇ ਪੇਪਰ ਤੁਹਾਨੂੰ ਭੇਜੇ ਸੀ, ਠੀਕ ਹੈ। ਆਪਾਂ ਪ੍ਰਹਿਲਾਦ ਭਗਤ ਵਿੱਚ ਆ ਜਾਂਦੇ ਆ ਹਰਨਾਕਸ਼, ਨਰਸਿੰਘ, ਹੋਲਿਕਾ। ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਪੁਸਤਕ ਦਾ ਲੇਖਕ ਹੈ? 149 ਨੰਬਰ ਸਵਾਲ ਆਪਣਾ ਗੁਰਬਖਸ਼ ਸਿੰਘ ਫਰੈਂਕ। ਇਹ ਵੀ ਸ਼ਾਇਦ ਪ੍ਰਸ਼ਨ ਹੈ ਕਿਤਾਬ ਦੇ ਵਿੱਚ ਆਪਾਂ ਕੀਤਾ ਹੈ, ਠੀਕ ਆ। ਅਤੇ ਸਾਹਿਤ ਵਿੱਚ ਅਗਾਂਹਵਧੂ ਰੁਝਾਨ ਨੂੰ ਡੈਸ਼ ਨਾਮ ਦਿੱਤਾ ਜਾਂਦਾ ਹੈ? ਪ੍ਰਗਤੀਵਾਦੀ, ਅਗਾਂਹਵਧੂ ਪ੍ਰਗਤੀਵਾਦੀ। ਉਮੀਦ ਆ ਬਾਕੀ ਕਿਸੇ ਪ੍ਰਸ਼ਨ ਦਾ ਲੱਗੇ ਮੇਰੇ ਹਿਸਾਬ ਨਾਲ ਤਾਂ ਤੁਸੀਂ ਜ਼ਰੂਰ ਚਰਚਾ ਕਰਨਾ। ਤਾਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ। ਕਦੇ ਵੀ ਮਨ 'ਚ ਉਦਾਸੀ ਨਾ ਲੈ ਕੇ ਆਉਣਾ। ਹਮੇਸ਼ਾ ਹੀ ਕਹਿੰਦਾ ਰਿਹਾ ਕਿ ਕੋਈ ਗਲਤੀ ਨਾ ਕਰਨਾ, ਧਿਆਨ ਨਾਲ ਪੜ੍ਹਨਾ, ਪੂਰਾ ਮਨ ਲਗਾ ਕੇ ਪੜ੍ਹਨਾ, ਅੰਡਰਲਾਈਨ ਕਰਕੇ ਪੜ੍ਹਨਾ। ਪਰ ਫਿਰ ਵੀ ਚਲੋ ਰਿਜ਼ਲਟ ਆਏਗਾ। ਮੈਰਿਟ ਦਾ ਤਾਂ ਅੰਦਾਜ਼ਾ ਲੱਗ ਚੁੱਕਿਆ, ਪਰ ਫਿਰ ਵੀ ਚਲੋ ਜੇ ਤੁਸੀਂ ਅੱਜ ਆਰਾਮ ਕਰ ਲਵੋ ਤਾਂ ਇਸ ਤੋਂ ਬਾਅਦ ਥੋੜ੍ਹੀ ਬਹੁਤ ਚਰਚਾ ਕਰ ਲਵਾਂਗੇ, ਕਿਉਂਕਿ ਕਈ ਵਾਰੀ ਇੱਕ ਅੱਧਾ ਨੰਬਰ ਘੱਟ ਵੱਧ ਹੋ ਸਕਦਾ ਜਿੰਨੇ ਮੈਂ ਕਹਾਂ, ਕਿਉਂਕਿ ਮੈਨੂੰ ਪੂਰਾ ਤਾਂ ਪਤਾ ਹੀ ਨਹੀਂ, ਠੀਕ ਹੈ। ਅੰਦਾਜ਼ਾ ਹੀ ਹੁੰਦਾ ਆਪਣਾ, ਤਾਂ ਇੱਕ ਪ੍ਰਸ਼ਨਾਂ ਦਾ ਵੀ ਆਪਣਾ ਅੰਦਾਜ਼ੇ ਸੀ ਕਿ ਇਹ ਪੁੱਛਿਆ ਜਾ ਸਕਦਾ, ਇਹ ਆ ਸਕਦਾ। ਤਾਂ ਚਲੋ ਜ਼ਰੂਰ ਆਰਾਮ ਕਰੋ। ਅਤੇ ਪੋਸਟਾਂ ਤਾਂ ਤੁਹਾਨੂੰ ਕਿਹਾ ਸੀ ਕਿ ਨਿਰਾਸ਼ ਬਿਲਕੁਲ ਨਹੀਂ ਹੋਣਾ। ਪੋਸਟਾਂ ਤਾਂ ਹੋਰ ਬਥੇਰੀਆਂ ਆ ਜਾਣੀਆਂ, ਠੀਕ ਹੈ, 5000 ਦੇ ਕਰੀਬ। ਤਾਂ ਤੁਹਾਡੀ ਮਿਹਨਤ ਬੇਕਾਰ ਬਿਲਕੁਲ ਵੀ ਨਹੀਂ ਜਾਏਗੀ। ਜੇਕਰ ਕੋਈ ਗਲਤੀ ਵਗੈਰਾ ਹੋ ਗਈ ਆ, ਕੁਝ ਵੀ ਹੋ ਗਿਆ, ਸਫਲਤਾ ਜ਼ਰੂਰ ਮਿਲੇਗੀ, ਠੀਕ ਹੈ। ਮਤਲਬ ਪੜ੍ਹਿਆ ਬੇਕਾਰ ਨਹੀਂ ਜਾਵੇਗਾ। ਅਤੇ ਨਾ ਹੀ ਕੋਈ ਹੋਰ ਪੇਪਰ ਤੋਂ ਬਾਅਦ ਕੋਈ ਆਵੇਗਾ ਤਾਂ ਉਦੋਂ ਬਾਅਦ ਫਿਰ ਇਹੀ ਕਿਤਾਬਾਂ ਨੂੰ ਰੱਟਾ ਲਗਾਉਣ ਲੱਗ ਜਾਣਾ। ਹਰ ਵਾਰ ਕੁਝ ਅਲੱਗ ਜਿਹੀ ਚੀਜ਼ ਹੁੰਦੀ ਹੈ, ਠੀਕ ਹੈ। ਚਲੋ ਬਾਕੀ ਆਪਾਂ ਕਿਸੇ ਹੋਰ ਵੀਡੀਓ ਨੂੰ ਆਪਾਂ ਬਣਾਵਾਂਗੇ, ਉਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਤਾਂ ਮੈਂ ਤੁਹਾਡੇ ਨਾਲ ਹੀ ਹਾਂ ਹਮੇਸ਼ਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।